पग पंकज सिमरो अंगद दोख निकंदन। अमरदास गुर हृदय ध्यावो, हृदय ध्यावो। श्री गुरु रामदास गुण गावो। श्री अर्जन विघ्न के नाशक, विघ्नन के नाशक। श्री हरगोबिंद शोभ सुमत प्रकाशक। श्री हर राय नमो कर जोरी, नमो कर जोरी। गुरु हर कृष्ण मनाए बहोरी। गुरु तेग बहादुर परम कृपाला, परम कृपाला। श्री गुरु गोबिंद सिंह बेसाला। तरों तहरा पर पुन पुन सीसा, वाहिगुरु पुन पुन सीसा। बंदों बार बार जगदीशा, जिसमें है अमृत ज्ञान है, माणक भगत बैराग। श्री गुरु ग्रंथ साहिब उदद, बंदों कर अनुराग। एक अंकारा सतगुरु, तेह प्रसाद सच होए। वाहिगुरु जी की फतेह, विघ्न विनाशन सोए। सतनाम श्री वाहिगुरु साहिब जी। तिस कौ बंस सो ताल मनिंद, उपजयो राम कोयर अरबिंद। दसवें पातशाह बार बीर, तिन्हों पाद पंकज के तीर। तिस कौ बंस सो ताल मनिंद। धन धन सच्चे पातशाह गरीब नवाज। दीन दुनिया दे मालक, चवर छतर तखत दे मालक, समरथ गुरु परतख गुरु, दीन दयाल कृपाल अंतरजामी। पूਰਨ पार ब्रह्म परमेश्वर वाहिगुरु अकाल पुरख सबरूप सच्चे पातशाह। ਦਾਸਾਂ ਗਰੀਬਾਂ ਸਿੱਖਾਂ ਸੇਵਕਾਂ ਦੀ ਸਦਾ ਇੱਜ਼ਤ ਰੱਖਣ ਵਾਲੇ, ਪੱਤ ਰੱਖਣ ਵਾਲੇ, ਦਇਆ ਕਰਨ ਵਾਲੇ, ਰਹਿਮਤਾਂ ਬਖਸ਼ਿਸ਼ਾਂ ਕਰਨ ਵਾਲੇ, ਧੰਨ ਧੰਨ ਸੱਚੇ ਪਾਤਸ਼ਾਹ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਬੜੇ ਹੀ ਪਿਆਰ ਦੇ ਨਾਲ ਸਾਰੀਆਂ ਸਿੱਖ ਸੰਗਤਾਂ, ਜਿੱਥੇ ਜਿੱਥੇ ਕੋਈ ਗੁਰੂ ਪਿਆਰ ਵਾਲਾ ਬੈਠਾ ਹੈ, बड़े ही प्रेम नाल उचारण करो जी, धन धन श्री गुरु ग्रंथ साहिब जी महाराज। 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 सच्चे पातशाह महाराज जी की कृपा दया रहमत बख्शिश हुई है। सतगुरां दे महान पवित्र अस्थान ते बैठ के
ਗਰੀਬ ਨਵਾਜ ਜੀ ਦਾ ਪਵਿੱਤਰ ਜਸ ਕਰਨ ਦਾ ਸੁਣਨ ਦਾ ਮੌਕਾ ਆਪਾਂ ਨੂੰ ਪ੍ਰਾਪਤ ਹੋਇਆ। ਪਿਆਰ ਦੇ ਨਾਲ ਸਭ ਸਿੱਖ ਸੰਗਤ ਫਤਿਹ ਦੀ ਸਾਂਝ ਪਾਈਏ। ਪਿਆਰ ਨਾਲ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਮਹਾਨ ਪਵਿੱਤਰ ਕਥਾ ਆਰੰਭ ਕਰਨ ਤੋਂ ਪਹਿਲਾਂ ਕਵੀ ਜੀ ਗੁਰੂ ਸਾਹਿਬ ਜੀ ਦੇ ਅੱਗੇ ਵਸਤੂ ਨਿਰਦੇਸ਼ ਮੰਗਲ ਕਰਦੇ ਹੈ। ਸਾਧ ਸੰਗਤ ਜੀ ਨਾਲ ਹੀ ਮਹਾਰਾਜ ਜੀ ਦੇ ਹਜ਼ੂਰ ਨਮਸਕਾਰਾਤਮਕ ਮੰਗਲ ਵੀ ਕਰਦੇ ਹੈ ਤੇ ਆਸ਼ੀਰਵਾਦਾਤਮਕ ਮੰਗਲ ਵੀ ਕਰਦੇ ਹੈ। ਇਹ ਸਾਰੇ ਮੰਗਲ ਗੁਰੂ ਸਾਹਿਬ ਜੀ ਦੀ ਸੋਭਾ ਵਡਿਆਈ ਆਪ ਜੀ ਨੇ ਸਰਵਣ ਕੀਤੀ। ਜਿੱਥੇ ਕਵੀ ਜੀ ਨੇ 10 ਗੁਰੂਆਂ ਦਾ ਜਾਪ ਕੀਤਾ ਕਥਾ ਤੋਂ ਪਹਿਲਾਂ, 10 ਗੁਰੂਆਂ ਦਾ ਮੰਗਲ ਕੀਤਾ, ਉੱਥੇ ਨਾਲ ਖਾਲਸੇ ਦਾ ਵੀ ਮੰਗਲ ਕੀਤਾ ਜੀ। ਕਿਉਂ? ਖਾਲਸਾ ਵੀ ਸੱਚੇ ਪਾਤਸ਼ਾਹ ਜੀ ਦਾ ਰੂਪ ਹੀ ਹੈ। ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੋ ਕਰੋ ਨਿਵਾਸ। ਪਰ ਮੇਰੀ ਇੱਕ ਬੇਨਤੀ ਹੈ ਸਾਧ ਸੰਗਤ ਜੀ, ਅੱਜ ਹਰ ਕੋਈ ਬੰਦਾ, ਹਰ ਇੱਕ ਮਨੁੱਖ ਆਪਣੇ ਨਾਮ ਅੱਗੇ ਖਾਲਸਾ ਸ਼ਬਦ ਲਵਾ ਰਿਹਾ ਹੈ। ਖਾਲਸਾ ਸ਼ਬਦ ਦਾ ਅਰਥ ਬਹੁਤ ਵੱਡਾ ਹੈਗਾ ਜੀ, ਇੱਕਦਮ ਪਿਓਰ। ਔਰ ਇੱਥੋਂ ਤੱਕ ਮਹਾਰਾਜ 10ਵੇਂ ਪਾਤਸ਼ਾਹ ਨੇ ਖਾਲਸੇ ਦੀ ਉਪਮਾ ਕਰਦਿਆਂ ਇਹ ਵੀ ਬਚਨ ਕਹਿ ਦਿੱਤਾ ਵੀ ਖਾਲਸਾ ਮੇਰੋ ਮਾਤ ਪਿਤਾ ਸੁਖਦਾਈ। ਖਾਲਸਾ ਮੇਰਾ ਮਾਂ ਪਿਓ ਵੀ ਹੈ, ਮਹਾਰਾਜ ਕਹਿਣ ਲੱਗੇ। ਤੇ ਹੁਣ ਮੇਰੇ ਵਰਗਾ ਬੰਦਾ ਆਪਣੇ ਨਾਮ ਦੇ ਅੱਗੇ ਖਾਲਸਾ ਲਾਵਾ ਲਿਆ ਜੀ, ਤੇ ਖਾਲਸਿਆਂ ਵਾਲੇ ਕੰਮ ਵੀ ਕੋਈ ਨਾ ਹੋਣ ਜੀ, ਤੇ ਫਿਰ ਫੱਬਦੀ ਤੇ ਨਹੀਂ ਨਾ ਜੀ ਗੱਲ ਜੀ। ਜਿਹੜੇ ਬਿਲਕੁਲ ਸ਼ੁੱਧ ਸਰੂਪ ਨੇ, ਨਾਮ ਭਜਨ ਬੰਦਗੀ ਸਿਮਰਨ ਵਾਲੇ ਹੈ, ਰਹਿਤ ਵਿੱਚ ਵੀ ਪੂਰੇ ਹੈ ਤੇ ਸਾਧ ਸੰਗਤ ਜੀ ਸੰਸਾਰਕ ਕੰਮਾਂ ਵਿੱਚ ਵੀ ਠੀਕ ਪੱਖ ਰੱਖਦੇ ਹੈ, ਬਾਣੀ ਵਿੱਚ ਵੀ ਪੂਰੇ ਹੈ ਤੇ ਬਾਣੇ ਦੇ ਵੀ ਧਾਰਨੀ ਹੈ। ਬਹੁਤ ਮਨੁੱਖ ਸਾਧ ਸੰਗਤ ਜੀ ਉਹ ਬਾਣੀ ਵਿੱਚ ਤੇ ਪੂਰੇ ਹੁੰਦੇ ਆ, ਬਾਣਾ ਨਹੀਂ ਕਈ ਵਾਰੀ ਹੁੰਦਾ, ਤੇ ਕਈਆਂ ਕੋ ਸਾਡੇ ਵਰਗਿਆਂ ਕੋ ਨਿਰਾ ਬਾਣਾ ਹੀ ਹੁੰਦਾ ਜੀ, ਬਾਣੀ ਨਹੀਂ ਕੋਲ ਹੁੰਦੀ ਜੀ। ਇਸ ਕਰਕੇ ਖਾਲਸਾ ਸ਼ਬਦ ਬੜਾ ਵੱਡਾ ਹੈਗਾ ਜੀ। ਖਾਲਸਾ ਸ਼ਬਦ ਬੜਾ ਵੱਡਾ। ਮਾਫ ਕਰਿਓ, ਅਸੀਂ ਤੇ ਚੰਗੀ ਤਰ੍ਹਾਂ ਸਿੰਘ ਹੀ ਬਣ ਜਾਈਏ ਤੇ ਵੀ ਬੜੀ ਵੱਡੀ ਗੱਲ ਹੈ। ਸਿੰਘ ਤੇ ਕੌਰ ਬਣ ਜਾਈਏ ਨਾ ਜੀ, ਇਹ ਵੀ ਬੜੀ ਵੱਡੀ ਗੱਲ 'ਚ, ਤੇ ਖਾਲਸਾ ਤੇ ਬੜੀ ਵੱਡੀ ਗੱਲ ਹੈ। ਖਾਲਸੇ ਦੇ ਚਰਨਾਂ ਵਿੱਚ ਮੰਗਲ ਕੀਤਾ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ। ਅੱਜ ਹਰ ਕੋਈ ਕਹਿੰਦਾ ਤਾਂ ਹੈ ਮਹਾਰਾਜ ਨੇ ਸਾਨੂੰ ਖਾਲਸੇ ਸਾਜਿਆ, ਪਰ ਕਮੀਆਂ ਹੀ ਕਮੀਆਂ ਜੀ, ਕਮੀਆਂ ਹੀ ਕਮੀਆਂ। ਖਾਲਸਾ ਬਣਨਾ ਬੜਾ ਹੀ ਔਖਾ ਜੀ, ਬੜਾ ਹੀ ਔਖਾ ਹੈ। ਇੱਕ ਪ੍ਰੇਮੀ ਨੇ ਆਪਣੇ ਨਾਮ ਅੱਗੇ ਨਾ ਜੀ ਖਾਲਸਾ ਸ਼ਬਦ ਲਾਇਆ ਹੁੰਦਾ ਸੀਗਾ, ਤੇ ਜਦੋਂ ਪੰਗਤੀਆਂ ਪੜ੍ਹੀਆਂ, ਅਰਥ ਸੁਣੇ ਗੁਰਮੁਖਾਂ ਦੇ ਕੋਲੋਂ, ਉਹਨੂੰ ਮਹਿਸੂਸ ਹੋਇਆ ਵੀ ਮੈਂ ਤੇ ਖਾਲਸਾ ਨਹੀਂ ਹੈਗਾ ਜੀ। ਉਹਨੇ ਆਪਣੇ ਨਾਮ ਤੋਂ ਖਾਲਸਾ ਸ਼ਬਦ ਲਾ ਦਿੱਤਾ। ਖਾਲਸਾ ਤੇ ਖੁਦ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਹਨ, ਜਾਂ ਫਿਰ 5 ਪਿਆਰੇ ਹਨ, ਜਾਂ ਫਿਰ ਰਹਿਤ ਦੇ ਵਿੱਚ ਪੂਰੇ ਜਿਹੜੇ ਹੈ ਨਾ ਜੀ, ਪੂਰੇ ਨੇ, ਉਹ ਖਾਲਸੇ ਹੈ। ਖਾਲਸਾ ਸੋ ਜੋ ਚੜ੍ਹੇ ਤੁਰੰਗ, ਖਾਲਸਾ ਸੋ ਜੋ ਕਰੇ ਨਿਤ ਜੰਗ। ਹਾਂਜੀ, ਤੇ ਬੜੀ ਵੱਡੀ ਮਹਿਮਾ ਜੀ ਖਾਲਸੇ ਦੀ ਮਹਾਰਾਜ ਨੇ ਕੀਤੀ ਜੀ, ਸਰਬਲੋਕ ਗ੍ਰੰਥ ਵਿੱਚ ਆਉਂਦੀ ਹੈ। ਖਾਲਸੇ ਦੇ ਚਰਨਾਂ ਵਿੱਚ ਮੰਗਲ ਕਰਨ ਤੋਂ ਬਾਅਦ ਫਿਰ ਕਵੀ ਜੀ ਨੇ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਦਾ ਜ਼ਿਕਰ ਕੀਤਾ। ਬਾਬਾ ਬੁੱਢਾ ਜੀ ਦੇ ਚਰਨਾਂ ਵਿੱਚ ਵੀ ਨਮਸਕਾਰ ਕੀਤੀ ਜੀ। ਬਾਬਾ ਬੁੱਢਾ ਜੀ ਦੇ ਬਾਰੇ ਦੱਸਿਆ ਕਿਵੇਂ ਬਾਬਾ ਜੀ ਛੋਟੇ ਹੁੰਦਿਆਂ ਗੁਰੂ ਨਾਨਕ ਸਾਹਿਬ ਜੀ ਦੀ ਹਜ਼ੂਰੀ ਵਿੱਚ ਆਏ, ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਕੋਲੋਂ ਖੁਸ਼ੀਆਂ ਲਈਆਂ, ਔਰ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ 6 ਗੁਰੂ ਸਾਹਿਬਾਂ ਦੇ ਚਰਨਾਂ ਵਿੱਚ ਰਹੇ ਜੀ। 6 ਗੁਰੂ ਕੀ ਸੇਵਾ ਕਰੀ। ਗੁਰੂ ਸਾਹਿਬ ਦੇ ਤੇ ਇੱਕ ਦੇ ਦਰਸ਼ਨ ਨਹੀਂ ਮਾਣ ਹੈਗੇ ਜੀ। ਹਾਂਜੀ, ਤੇ 6 ਸਤਿਗੁਰਾਂ ਦੇ ਦਰਸ਼ਨ ਕਰਨੇ ਕਿੰਨੀ ਵੱਡੀ ਗੱਲ ਹੈ ਜੀ। ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਮਹਾਂਪੁਰਖ, ਉਹ ਇੱਕ ਆਪਣੀ ਕਥਾ ਵਿੱਚ ਬਚਨ ਕਰ ਰਹੇ ਸਨ। ਉਹ ਕਹਿਣ ਲੱਗੇ 10 ਪਾਤਸ਼ਾਹੀਆਂ ਵਿੱਚੋਂ ਕਿਸੇ ਇੱਕ ਪਾਤਸ਼ਾਹੀ ਦੇ ਵੀ ਸੁਪਨੇ ਵਿੱਚ ਵੀ ਕਿਤੇ ਦਰਸ਼ਨ ਹੋ ਜਾਣ ਨਾ ਜੀ, ਤੇ ਬੰਦੇ ਦਾ ਭਾਰ ਉਤਾਰਾ ਹੋ ਜਾਂਦਾ ਜੀ। ਹਾਂਜੀ,
ਤੇ ਜਿਸ ਮਹਾਂਪੁਰਖ ਨੇ 6 ਸਤਿਗੁਰਾਂ ਦੀ ਰੱਜ ਰੱਜ ਕੇ ਸੇਵਾ ਕੀਤੀ, ਦਰਸ਼ਨ ਕੀਤੇ, ਉਹ ਬਾਬਾ ਜੀ ਦੀ ਅਵਸਥਾ ਕਿੱਡੀ ਵੱਡੀ ਹੋਏਗੀ ਜੀ। ਧੰਨ ਬਾਬਾ ਬੁੱਢਾ ਸਾਹਿਬ ਜੀ 8 ਪਹਿਰ ਬ੍ਰਹਮ ਗਿਆਨ ਵਿੱਚ ਰਹਿੰਦੇ ਸਨ, 8 ਪਹਿਰ ਬ੍ਰਹਮ ਗਿਆਨ ਵਿੱਚ ਰਹਿੰਦੇ ਸਨ। ਤੇ ਦਾਸ ਸਾਹਿਬ ਜੀ ਦੇ ਚਰਨਾਂ ਵਿੱਚ ਬੇਨਤੀ ਕਰੇ, ਸ੍ਰੀ ਗੁਰੂ ਅਰਜਨ ਸਾਹਿਬ ਜੀ ਸੁਖਮਣੀ ਸਾਹਿਬ 'ਚ ਕਿਰਪਾ ਕਰਦੇ। 8 ਪਹਿਰ ਪ੍ਰਭ ਬਸਹਿ ਹਜੂਰੇ, ਕਹੋ ਨਾਨਕ ਸੇਈ ਜਨ ਪੂਰੇ। ਜਿਹੜੇ 8 ਪਹਿਰ ਗੁਰੂ ਦੀ ਹਜ਼ੂਰੀ 'ਚ ਰਹਿੰਦੇ, ਰੱਬ ਦੇ ਭੈ ਵਿੱਚ ਰਹਿੰਦੇ, ਉਹ ਪੂਰੇ ਨੇ ਜੀ। ਤੇ 8 ਪਹਿਰ ਰਹਿਣ ਵਾਲਾ ਕੋਈ ਵਿਰਲਾ ਹੀ ਹੈ, 8 ਪਹਿਰ ਨਹੀਂ ਚਿਰਿਆ ਜਾਂਦਾ। ਸੋ ਬਾਬਾ ਬੁੱਢਾ ਸਾਹਿਬ ਜੀ ਦੇ ਬਚਨ ਪੂਰੇ ਹਨ। ਤੇ ਕਵੀ ਜੀ ਲਿਖਦੇ, ਜਿਹਨੂੰ ਜਿਹਨੂੰ ਜਿਹੜਾ ਜਿਹੜਾ ਬਚਨ ਬਾਬਾ ਬੁੱਢਾ ਜੀ ਨੇ ਕਿਹਾ, ਉਹ ਗੁਰੂ ਸਾਹਿਬ ਸੱਚੇ ਪਾਤਸ਼ਾਹ ਨੇ ਆਪਣੇ ਉੱਤੇ ਵੀ ਸਵੀਕਾਰ ਕੀਤਾ ਜੀ। ਬਾਕੀਆਂ ਦਾ ਤੇ ਬਚਨ ਪੂਰਾ ਹੋਣਾ ਸੀ। ਇੱਕ ਗੱਲ ਚੇਤਾ ਰੱਖਿਓ, ਵੇਖਣ ਨੂੰ 5 ਤੱਤਾਂ ਦਾ ਸਰੀਰ ਸੀ ਬਾਬਾ ਬੁੱਢਾ ਜੀ ਦਾ, ਪਰ ਉਸ ਸਰੀਰ ਵਿੱਚ ਆਪ ਰੱਬ ਹੀ ਵਸਦਾ ਸੀ ਜੀ। ਵੇਖੋ ਮਹਾਰਾਜ ਨੇ ਬੜੇ ਪ੍ਰਮਾਣ ਦਿੱਤੇ। ਮੈਂ ਜੇ ਗੁਰਬਾਣੀ ਵਾਲੇ ਪਾਸੇ ਚੱਲ ਪਏ ਤੇ ਬੜਾ ਸਮਾਂ ਲੱਗ ਜਾਣਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਐਸਿਆਂ ਦੀ ਧੂੜ ਮਿਲ ਜਾਵੇ ਸਾਡਾ ਸਰੀਰ ਪਵਿੱਤਰ ਹੋ ਜਾਏ ਜੀ। ਐਸਿਆਂ ਦੀ ਧੂੜ ਮਿਲ ਜਾਏ ਜੀ। ਸੰਗ ਪੁਨੀਤਾ ਦੇਹੀ, ਸੰਗ ਕੀਤਿਆਂ ਸਰੀਰ ਪਵਿੱਤਰ ਹੋ ਜਾਂਦਾ ਜੀ ਬੰਦੇ ਦਾ ਜੀ, ਮਨ ਪਵਿੱਤਰ ਹੋ ਜਾਂਦਾ ਜੀ। ਬੜੇ ਮਹਾਰਾਜ ਨੇ ਬਚਨ ਐਸੇ ਰੱਬ ਦੇ ਪਿਆਰਿਆਂ ਬਾਰੇ ਆਖੇ। ਇੱਥੋਂ ਤੱਕ ਮਹਾਰਾਜ ਨੇ ਕਹਿ ਦਿੱਤਾ, ਬ੍ਰਹਮ ਗਿਆਨੀ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਜੈਸੇ ਮਹਾਂਪੁਰਖਾਂ ਦੀ ਜੀਭ ਤੇ ਹੀ ਰੱਬ ਵਸਦਾ ਹੈ ਜੀ। ਜਿਹੜੀ ਗੱਲ ਕਹਿ ਦੇਣ ਉਹ ਪੂਰੀ ਹੋ ਜਾਂਦੀ ਹੈ ਜੀ। ਪ੍ਰਭ ਜੀ ਬਸਹਿ ਸਾਧ ਕੀ ਰਸਨਾ, ਕਿੱਡਾ ਵੱਡਾ ਪ੍ਰਤਾਪ ਜੀ। ਸੋ ਬਾਬਾ ਬੁੱਢਾ ਜੀ ਨੇ ਰੱਜ ਰੱਜ ਕੇ ਗੁਰਾਂ ਦੀ ਸੇਵਾ ਕੀਤੀ। ਹੁਣ ਇਹਦੇ ਤੋਂ ਅੱਗੇ ਜੋ ਕਵੀ ਜੀ ਲਿਖ ਰਹੇ ਹੈ, ਆਪਾਂ ਬੜੇ ਪਿਆਰ ਨਾਲ ਸਰਵਣ ਕਰਨਾ ਹੈ। ਮਨ ਬਿਰਤੀਆਂ ਇਕਾਗਰ ਕਰੀਏ, ਸਤਿਗੁਰਾਂ ਦੇ ਚਰਨਾਂ ਨਾਲ ਧਿਆਨ ਜੋੜੀਏ। ਧਰੋ ਮਹਾਰਾਜ ਜੀ ਦੇ ਚਰਨਾਂ ਦਾ ਧਿਆਨ, ਜੋੜੋ ਦੋਵੇਂ ਹੱਥ ਤੇ ਰਸਨਾ ਨੂੰ ਪਵਿੱਤਰ ਕਰਦਿਆਂ ਹੋਇਆਂ ਗੱਜ ਕੇ ਆਖੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਫਿਰ ਆਖੋ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਹਾਂਜੀ। ਸ਼੍ਰੀ ਵਾਹਿਗੁਰੂ ਸਾਹਿਬ ਜੀ। ਤਿਸ ਕਉ ਬੰਸ ਸੋ ਤਾਲ ਮਨਿੰਦ। ਅੱਗੋਂ ਫਿਰ ਬਾਬਾ ਜੀ ਦਾ ਪਰਿਵਾਰ ਸੀਗਾ ਜੀ, ਬਾਬਾ ਜੀ ਦੀ ਕੁੱਲ ਸੀਗੀ ਜੀ। ਤੇ ਕਵੀ ਜੀ ਲਿਖਦੇ, ਬਾਬਾ ਬੁੱਢਾ ਸਾਹਿਬ ਜੀ ਦਾ ਜਿਹੜਾ ਪਰਿਵਾਰ ਹੈ ਨਾ ਜੀ, ਬਾਬਾ ਜੀ ਦੀ ਬੰਸ ਹੈ, ਜਿਹੜੀ ਕੁੱਲ ਹੈ, ਉਹ ਇੱਕ ਸਰੋਵਰ ਵਰਗੀ ਹੈ, ਸਰੋਵਰ ਵਰਗੀ ਜੀ। ਹਾਂਜੀ। ਉਪਜਿਓ ਰਾਮ ਕੋਇਰ ਅਰਬਿੰਦ। ਉਸ ਸਰੋਵਰ ਦੇ ਵਿੱਚ ਇੱਕ ਫੁੱਲ ਲੱਗਾ ਜੀ, ਜਿਵੇਂ ਆਮ ਸਰੋਵਰਾਂ 'ਚ ਫੁੱਲ ਲੱਗਦੇ ਹੈ, ਇੱਕ ਫੁੱਲ ਲੱਗਾ ਜੀ। ਭਾਵ ਬਾਬਾ ਬੁੱਢਾ ਜੀ ਦੀ ਕੁੱਲ ਵਿੱਚ ਇੱਕ ਮਹਾਂਪੁਰਖ ਦਾ ਜਨਮ ਹੋਇਆ ਜੀ, ਜਿਨ੍ਹਾਂ ਦਾ ਨਾਮ ਸੀ ਬਾਬਾ ਰਾਮ ਕੋਇਰ ਸਾਹਿਬ ਜੀ। ਰਾਮ ਕੋਇਰ ਸਾਹਿਬ ਜੀ, ਇਹ ਨਾਮ ਹੈ ਜੀ ਬਾਬਾ ਬੁੱਢਾ ਜੀ ਦੀ ਕੁੱਲ ਵਿੱਚ ਪੈਦਾ ਹੋਏ ਮਹਾਂਪੁਰਖ ਦਾ। ਹਾਂਜੀ। ਦਸਵੇਂ ਪਾਤਸ਼ਾਹ ਬਾਰ ਬੀਰ। ਬਾਬਾ ਰਾਮ ਕੋਇਰ ਜੀ ਕੌਣ ਨੇ? 10ਵੇਂ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ, ਜੋ ਬੜੇ ਵੱਡੇ ਸੂਰਮੇ ਯੋਧੇ ਸੱਚੇ ਪਾਤਸ਼ਾਹ। ਤਿਨਹੋ ਪਾਦ ਪੰਕਜ ਕੇ ਤੀਰ। ਬਾਬਾ ਰਾਮ ਕੋਇਰ ਜੀ ਉਹਨਾਂ ਦੇ ਚਰਨਾਂ 'ਚ ਰਹੇ ਜੀ, 10ਵੇਂ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਰਹੇ ਬਾਬਾ ਬੁੱਢਾ ਸਾਹਿਬ ਜੀ। ਵੇਖੋ ਨਾ ਵਾਹਿਗੁਰੂ, ਬਾਬਾ ਰਾਮ ਕੋਇਰ ਜੀ ਵੇਖੋ ਨਾ ਜੀ, ਜਿੰਨੀ ਵੱਡੀ ਕੁੱਲ ਹੈ, ਫਿਰ ਅੱਗੋਂ ਸੇਵਾ ਵੀ ਤੇ ਉਹੋ ਜਿਹੀ ਮਿਲਣੀ ਸੀ ਨਾ ਜੀ। ਹਾਂਜੀ। ਮਧੁਪ ਮਨਿੰਦ ਆਨੰਦ ਮਕਰੰਦ। ਤੇ ਬਾਬਾ ਰਾਮ ਕੋਇਰ ਜੀ ਰਹੇ ਪਤਾ ਕਿਵੇਂ ਜੀ? 10ਵੇਂ ਪਾਤਸ਼ਾਹ ਦੇ ਚਰਨਾਂ 'ਚ ਜਿਵੇਂ ਭੌਰਾ ਫੁੱਲ ਨੂੰ ਛੱਡ ਕੇ ਜਾਣ ਨੂੰ ਤਿਆਰ ਨਹੀਂ ਹੈਗਾ ਜੀ, ਰਸ ਚੂਸਦਾ ਰਹਿੰਦਾ, ਇਸੇ ਤਰ੍ਹਾਂ ਬਾਬਾ ਰਾਮ ਕੋਇਰ ਜੀ 10ਵੇਂ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਵਿੱਚ ਰਹੇ ਜੀ।
ਹਾਂਜੀ। ਤਜਿਓ ਨਾ ਪਾਸ ਮੁਕੰਦ ਬੇਲੰਦ। ਬਾਬਾ ਜੀ ਗੁਰੂ ਸਾਹਿਬ ਦੇ ਚਰਨ ਛੱਡ ਕੇ ਰਾਜੀ ਨਹੀਂ ਸੀ ਹੈਗੇ ਜੀ। ਦਸਵੇਂ ਪਾਤਸ਼ਾਹ ਨਾਲ ਪੱਕੀ ਗੰਢ ਸੀਗੀ ਬਾਬਾ ਜੀ ਬਾਬਾ ਰਾਮ ਕੋਇਰ ਜੀ ਦੀ ਜੀ। ਹਾਂਜੀ। ਸ਼੍ਰੀ ਗੁਰ ਤੇਗ ਬਹਾਦਰ ਪਾਛੇ। ਜਦੋਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਸ਼ਹੀਦੀ ਦਿੱਤੀ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਤੋਂ ਬਾਅਦ ਦੀਨਸ ਤਿਲਕ ਦਸਮ ਗੁਰ ਆਛੇ। ਤੇ ਦਸਵੇਂ ਪਾਤਸ਼ਾਹ ਨੂੰ ਬਾਬਾ ਰਾਮ ਕੋਇਰ ਜੀ ਨੇ ਗੁਰਤਾ ਗੱਦੀ ਦਾ ਤਿਲਕ ਦਿੱਤਾ ਜੀ। ਬਾਬਾ ਰਾਮ ਕੋਇਰ ਜੀ ਨੇ ਦਿੱਤਾ। ਬੜੀ ਵੱਡੀ ਗੱਲ 'ਚ ਗੁਰੂ ਦੇ ਮੱਥੇ ਤੇ ਹੱਥ ਲਾਉਣਾ ਹਰ ਇੱਕ ਬੰਦੇ ਦੇ ਵੱਸ ਦੀ ਗੱਲ ਨਹੀਂ ਹੈਗੀ ਜੀ। ਕਹਿੰਦੇ ਜਦੋਂ ਬਾਬਾ ਰਾਮ ਕੋਇਰ ਜੀ ਨੇ ਗੁਰਤਾ ਗੱਦੀ ਦਾ ਤਿਲਕ ਦਿੱਤਾ, ਬਾਬਾ ਜੀ ਦੀ ਆਪਣੀ ਉਮਰ ਵੀ ਬਹੁਤੀ ਵੱਡੀ ਨਹੀਂ ਸੀ ਬਾਬਾ ਰਾਮ ਕੋਇਰ ਸਾਹਿਬ ਜੀ ਦੀ, ਤੇ ਚਾਚਾ ਜੀ ਨੇ ਫੜ ਕੇ ਆਪਣੀ ਗੋਦ 'ਚ ਲੈ ਕੇ ਤੇ ਨਾਲ ਤਿਲਕ ਲਵਾਇਆ। ਦਸਵੇਂ ਪਾਤਸ਼ਾਹ ਦੇ ਮੱਥੇ ਦੇ ਵਿੱਚੋਂ ਨਾਮ ਦੀਆਂ ਤਰੰਗਾਂ ਨਿਕਲੀਆਂ, ਰਾਮ ਕੋਇਰ ਜੀ ਦੇ ਸਰੀਰ ਦੇ ਵਿੱਚ ਪ੍ਰਵੇਸ਼ ਕਰ ਗਈਆਂ ਜੀ। ਦਸਵੇਂ ਪਾਤਸ਼ਾਹ ਜੀ ਨੂੰ ਗੁਰਤਾ ਗੱਦੀ ਦਾ ਤਿਲਕ ਲਾਇਆ ਜੀ ਬਾਬਾ ਰਾਮ ਕੋਇਰ ਜੀ ਨੇ। ਹਾਂਜੀ। ਕਲਗੀ ਜਿਗਾ ਜਰਾਉਨ ਜਰੀ। ਉਸ ਸਮੇਂ ਕਿਹੜੀਆਂ ਕਿਹੜੀਆਂ ਭੇਟਾਵਾਂ ਕੀਤੀਆਂ। ਇੱਕ ਬੜੇ ਹੀਰਿਆਂ ਨਾਲ ਜੜੀ ਹੋਈ ਇੱਕ ਕਲਗੀ ਜਿਹੜੀ ਹੈ ਉਹ ਦਸਵੇਂ ਪਾਤਸ਼ਾਹ ਜੀ ਨੂੰ ਬਾਬਾ ਰਾਮ ਕੋਇਰ ਜੀ ਨੇ ਭੇਟਾ ਕੀਤੀ ਜੀ। ਹਾਂਜੀ। ਇਨ ਤੇ ਲੈ ਸਤਿਗੁਰ ਸਿਰ ਧਰੀ। ਜਿਹੜੇ ਮਹਾਰਾਜ ਜੀ ਨੇ ਫਿਰ ਗੁਰਤਾ ਗੱਦੀ ਤੇ ਸੱਜ ਕੇ ਪਹਿਲੀ ਕਲਗੀ ਲਾਈ ਨਾ ਜੀ, ਉਹ ਬਾਬਾ ਰਾਮ ਕੋਇਰ ਜੀ ਦੀ ਦਿੱਤੀ ਹੋਈ ਕਲਗੀ ਸੀ। ਹਾਂਜੀ। ਆਯੁਧ ਦਏ ਆਦ ਸ਼ਮਸ਼ੇਰ। ਫਿਰ ਬਾਬਾ ਜੀ ਨੇ ਸ਼ਸਤਰ ਵੀ ਦਿੱਤੇ ਜੀ ਬਾਬਾ ਰਾਮ ਕੋਇਰ ਜੀ ਨੇ। ਸਾਧ ਸੰਗਤ ਜੀ, ਆਯੁਧ ਦਏ ਆਦ ਸ਼ਮਸ਼ੇਰ, ਹੋਰ ਵੀ ਸ਼ਸਤਰ ਦਿੱਤੇ ਪਰ ਨਾਲ ਸ਼ਮਸ਼ੀਰ ਦਿੱਤੀ ਜੀ। ਵੱਡੀ ਸ੍ਰੀ ਸਾਹਿਬ ਦਿੱਤੀ ਜੀ, ਸੋਨੇ ਦੀ ਮੁੱਠ ਵਾਲੀ। ਹਾਂਜੀ। ਲੈ ਕਰ ਧਾਰੇ ਗੁਰ ਸ਼ਮਸ਼ੇਰ। ਤੇ ਫਿਰ ਕਲਗੀ ਸਜਾ ਕੇ ਹੱਥ ਵਿੱਚ ਸ੍ਰੀ ਸਾਹਿਬ ਲੈ ਕੇ ਹੋਰ ਸ਼ਸਤਰ ਸਜਾ ਕੇ ਦਸਵੇਂ ਪਾਤਸ਼ਾਹ ਜੀ ਨੇ ਸੰਪੂਰਨ ਬਾਣਾ ਪਹਿਨਿਆ। ਸੰਪੂਰਨ ਬਾਣਾ ਪਵਾਉਣ ਵਾਲੇ ਬਾਬਾ ਰਾਮ ਕੋਇਰ ਸਾਹਿਬ ਜੀ ਸਨ ਜੀ। ਧੰਨ ਧੰਨ ਬਾਬਾ ਬੁੱਢਾ ਜੀ ਦੀ ਕੁਲ ਵਿੱਚੋਂ ਜੀ। ਹਾਂਜੀ। 10 ਪਾਤਸ਼ਾਹਿਨ ਕੇ ਨਿਤ ਸੰਗੀ। ਸਤਿਗੁਰ ਕ੍ਰਿਤ ਕੋ ਚਿਤ ਚਹਿ ਚੰਗੀ। 10 ਪਾਤਸ਼ਾਹਨ, ਦਸਵੇਂ ਪਾਤਸ਼ਾਹ ਗਰੀਬ ਨਵਾਜ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਸੰਗੀ ਸਨ ਜੀ। ਫਿਰ ਬਾਬਾ ਰਾਮ ਕੋਇਰ ਜੀ, ਬੜਾ ਪਿਆਰ ਸੀਗਾ ਜੀ। ਹਾਂਜੀ। ਜਗ ਮਹਿ ਬਹੁ ਸਿੱਖੀ ਬਿਸਤਾਰੀ। ਇੱਥੋਂ ਤੱਕ ਜਦੋਂ ਮਹਾਰਾਜ ਜੀ ਦਾ ਵਿਆਹ ਹੋਇਆ ਨਾ ਜੀ ਦਸਵੇਂ ਪਾਤਸ਼ਾਹ ਦਾ, ਤੇ ਉਸ ਸਮੇਂ ਅਰਦਾਸ ਬਾਬਾ ਰਾਮ ਕੋਇਰ ਜੀ ਨੇ ਕੀਤੀ ਜੀ। ਬਰਾਤ ਵਿੱਚ ਸਭ ਤੋਂ ਅੱਗੇ ਬਾਬਾ ਰਾਮ ਕੋਇਰ ਜੀ ਨੂੰ ਲਾਇਆ ਗਿਆ ਸੀਗਾ ਜੀ। ਬੜਾ ਸਿੱਖੀ ਦਾ ਵਿਸਥਾਰ ਕੀਤਾ ਬਾਬਾ ਰਾਮ ਕੋਇਰ ਜੀ ਨੇ, ਪ੍ਰਚਾਰ ਕੀਤਾ ਗੁਰੂ ਘਰ ਦਾ ਜੀ। ਹਾਂਜੀ। ਅਨਕ ਨਰਨ ਬਹੁ ਕੀਨ ਉਦਾਰੀ। ਬੜੇ ਮਨੁੱਖਾਂ ਦਾ ਉਧਾਰ ਕੀਤਾ। ਜਥਾ ਚੱਕਰ ਵੈ ਅਦਪਤ ਆਗੇ। ਪਤਾ ਕੀ ਸਾਂਝ ਸੀ ਬਾਬਾ ਰਾਮ ਕੋਇਰ ਜੀ ਦੀ ਤੇ ਗੁਰੂ ਗੋਬਿੰਦ ਸਿੰਘ ਜੀ ਦੀ? ਜਿਵੇਂ ਕੋਈ ਚੱਕਰਵਰਤੀ ਰਾਜਾ ਹੋਵੇ ਤੇ ਰਾਜੇ ਦਾ ਅੱਗੇ ਬੜਾ ਵਧੀਆ ਕੋਈ ਮੰਤਰੀ ਹੋਵੇ। ਹਾਂਜੀ। ਮੰਤਰੀ ਰਹਿ ਸੁਮਤ ਮਹਿ ਲਾਗੇ। ਤੇ ਉਹ ਫਿਰ ਲਾਗੇ ਰਵੇ ਜੀ ਮੰਤਰੀ। ਸਦਾ ਮੰਤਰੀ ਨਾਲ ਰਹਿਣ ਵਾਲਾ ਹੋਵੇ, ਚੰਗੀ ਮੱਤ ਵਾਲਾ ਹੋਵੇ। ਹਾਂਜੀ। ਤਿਮ ਸਤਿਗੁਰ ਘਰ ਕੇ ਇਹ ਭਏ। ਇਸੇ ਤਰ੍ਹਾਂ ਹੀ ਦਸਵੇਂ ਪਾਤਸ਼ਾਹ ਮਹਾਰਾਜ ਜੀ ਦਾ ਪਿਆਰ ਸੀਗਾ ਜੀ। ਮਾਨੋ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਵਜ਼ੀਰ ਸਨ ਬਾਬਾ ਰਾਮ ਕੋਇਰ ਸਾਹਿਬ ਜੀ। ਹਾਂਜੀ। ਅਤ ਸ਼ੋਭਾ ਸਿੱਖੀ ਕਹੋ ਦਏ। ਮਤਲਬ ਬੜੀ ਸ਼ੋਭਾ ਸੀਗੀ ਜੀ। ਸਿੱਖੀ ਦੀ ਸ਼ੋਭਾ ਵਧਾਈ। ਚੰਗੇ ਬੰਦੇ ਕਿਸੇ ਵੀ ਅਸਥਾਨ ਤੇ ਹੋਣ, ਉਹ ਅਸਥਾਨ ਦੀ ਸ਼ੋਭਾ ਵਧਾ ਦੇਣਗੇ। ਚੰਗੇ ਮਨੁੱਖ ਕਿਸੇ ਕੁੱਲ ਵਿੱਚ ਹੋਣ, ਕੁੱਲ ਦੀ ਸ਼ੋਭਾ ਵਧਾ ਦਿੰਦੇ ਆ। ਤੇ ਚੰਗੇ ਰੱਬ ਦੇ ਪਿਆਰੇ ਕਿਸੇ ਧਰਮ ਵਿੱਚ ਆ ਜਾਣ, ਧਰਮ ਦਾ ਨਾਮ ਉੱਚਾ ਕਰ ਦਿੰਦੇ ਜੀ ਉਹ। ਹਾਂਜੀ। ਸਦ ਗੁਣ ਕੇ ਇਹ ਕੋਸ਼ ਬਿਸਾਲੇ। ਬਾਬਾ ਰਾਮ ਕੋਇਰ ਜੀ ਚੰਗੇ ਗੁਣਾਂ ਦਾ ਭੰਡਾਰ ਸਨ ਜੀ। ਇੰਨੇ ਗੁਣ ਸਨ ਬਾਬਾ ਜੀ ਦੇ ਵਿੱਚ। ਹਾਂਜੀ। ਭੇ ਪ੍ਰਾਪਤ ਜੋ ਇਨ ਮਗ ਚਾਲੇ। ਤੇ ਸਾਧ ਸੰਗਤ ਗੁਰੂ ਸਾਹਿਬ ਜੀ ਦੇ ਨਾਲ ਰਹਿ ਕੇ, ਗੁਰੂ ਸਾਹਿਬ ਜੀ ਦੇ ਨਾਲ ਰਹਿ ਕੇ ਕਿਰਪਾ ਹੋ ਗਈ
ਜਿਹੜੇ ਗੁਣ ਸਨ ਉਹਨਾਂ ਉੱਤੇ ਚੱਲਦੇ ਸਨ ਬਾਬਾ ਰਾਮ ਕੋਇਰ ਜੀ। ਜਿਹੜਾ ਦਰਸ਼ਨ ਕਰਦਾ ਸੀ ਉਹ ਵੀ ਗੁਣਵਾਨ ਬਣ ਜਾਂਦਾ ਸੀ। ਹਾਂਜੀ ਸ਼੍ਰੀ ਸਤਿਗੁਰ ਦਸਵੇਂ ਪਾਤਸ਼ਾਹੂ ਹਾਂਜੀ। ਗਮਨ ਕੀਨ ਜਬ ਸੱਚਖੰਡ ਮਾਹੂ। ਜਦੋਂ ਦਸਵੇਂ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਪ੍ਰਭਪੁਰ ਪਿਆਨਾ ਕਰ ਗਏ, ਸਰੀਰ ਤਿਆਗ ਗਏ, ਸੱਚਖੰਡ ਗਏ, ਪੰਥ ਖਾਲਸਾ ਉਤਪਤ ਕਰਕੇ। ਖਾਲਸਾ ਪੰਥ ਪਹਿਲਾਂ ਮਹਾਰਾਜ ਨੇ ਉਤਪਤ ਕੀਤਾ ਸੀ, ਪਹਿਲਾਂ ਖਾਲਸਾ ਸਾਜ ਦਿੱਤਾ ਸੀਗਾ। ਹਾਂਜੀ ਰਾਜ ਤੇਜ ਕੋ ਛਤਰ ਸੋ ਧਰ ਕੇ। ਤੇ ਰਾਜ ਤੇਜ ਜਿਹੜਾ ਛਤਰ ਹੈ ਸਾਧ ਸੰਗਤ ਜੀ, ਉਹ ਤੁਰਕਾਂ ਦੇ ਕੋਲੋਂ ਖੋਹ ਕੇ ਉਹਨਾਂ ਦੇ ਕੋਲੋਂ ਲੈ ਕੇ, ਖੋਣਾ ਭਾਵ ਇਹ ਨਹੀਂ ਜਿਵੇਂ ਤੁਰਕ ਖੋਹਦੇ ਸੀ ਉਹੋ ਜਿਹਾ ਨਹੀਂ, ਅਨਿਆਂ ਕਰਦੇ ਸਨ, ਉਹਨਾਂ ਕੋਲੋਂ ਲੈ ਕੇ ਸਿੰਘਾਂ ਨੂੰ ਦੇਣ ਵਾਲੇ ਸਨ ਮਹਾਰਾਜ। ਹਾਂਜੀ ਤੁਰਕ ਤੇਜ ਦ੍ਰਿੜ ਤਰੁ ਉਖਾਰਾ। ਤੁਰਕਾਂ ਦੀਆਂ ਜੜ੍ਹਾਂ ਪੁੱਟੀਆਂ ਜੀ ਮਹਾਰਾਜ ਨੇ ਤੇ ਗੁਰੂ ਸਾਹਿਬ ਦੇ ਖਾਲਸੇ ਨੇ ਜੀ। ਹਾਂਜੀ ਹਿੰਦੂ ਧਰਮ ਰਾਖਿਓ ਪ੍ਰਤਪਾਰਾ। ਤੇ ਮਹਾਰਾਜ ਗਰੀਬ ਨਵਾਜ ਜੀ ਨੇ ਜਗਤ ਵਿੱਚ ਹਿੰਦੂ ਧਰਮ ਦੀ ਰੱਖਿਆ ਕੀਤੀ ਜੀ। ਹਾਂਜੀ ਭਾਈ ਰਾਮ ਕੋਇਰ ਤਬ ਰਹੇ। ਦਸਵੇਂ ਪਾਤਸ਼ਾਹ ਤੇ ਸਰੀਰ ਤਿਆਗ ਗਏ, ਪਰ ਬਾਬਾ ਰਾਮ ਕੋਇਰ ਜੀ ਸਾਧ ਸੰਗਤ ਜੀ ਰਹਿ ਪਏ। ਇੱਥੋਂ ਤੱਕ ਵੀ ਬਚਨ ਆਉਂਦਾ ਹੈ, ਬਾਬਾ ਰਾਮ ਕੋਇਰ ਜੀ ਇੰਨਾ ਪਿਆਰ ਸੀ ਮਹਾਰਾਜ ਦੇ ਨਾਲ, ਉਹਨਾਂ ਗੁਰੂ ਸਾਹਿਬ ਨੂੰ ਕਿਹਾ ਸੀ ਮਹਾਰਾਜ ਮੈਂ ਤੁਹਾਡੇ ਨਾਲ ਹੀ ਜਾਣਾ। ਤੇ ਮਹਾਰਾਜ ਕਹਿਣ ਲੱਗੇ ਤੁਹਾਡੀ ਸੇਵਾ ਹੈ ਜੀ। ਸੋ ਦਸਵੇਂ ਪਾਤਸ਼ਾਹ ਮਹਾਰਾਜ ਤੇ ਸੱਚਖੰਡ ਚਲੇ ਗਏ, ਪਿੱਛੋਂ ਬਾਬਾ ਰਾਮ ਕੋਇਰ ਜੀ ਰਹਿ ਗਏ ਜੀ। ਹਾਂਜੀ ਰਾਮਦਾਸ ਕੇ ਗ੍ਰਾਮ ਜੋ ਲਹੇ। ਉਹ ਫਿਰ ਰਮਦਾਸ ਪਿੰਡ ਵਿੱਚ ਆ ਗਏ ਜੀ। ਬਾਬਾ ਬੁੱਢਾ ਸਾਹਿਬ ਜੀ ਦਾ ਨਗਰ ਰਮਦਾਸ ਨਗਰ। ਭਾਈ ਰਾਮ ਕੋਇਰ ਜੀ ਰਮਦਾਸ ਵਿੱਚ ਆ ਗਏ, ਤਹਾਂ ਬਿਰਾਜਤ ਦਿਵਸ ਬਿਤਾਏ। ਉੱਥੇ ਫਿਰ ਰਹਿ ਕੇ ਭਾਈ ਰਾਮ ਕੋਇਰ ਜੀ ਨੇ ਆਪਣੀ ਜ਼ਿੰਦਗੀ ਦਾ ਸਮਾਂ ਸਫਲਾ ਕੀਤਾ ਜੀ। ਹਾਂਜੀ ਕੀਤਕ ਸਿੰਘ ਤਿਨਹੋਂ ਟਿਗ ਆਏ। ਕਈ ਸਿੰਘਾਂ ਨੂੰ ਫਿਰ ਪਤਾ ਲੱਗਾ ਵੀ ਭਾਈ ਰਾਮ ਕੋਇਰ ਜੀ ਬਾਬਾ ਜੀ ਮਹਾਰਾਜ ਜੀ ਦੇ ਹਜ਼ੂਰੀ ਸਿੰਘ, ਕਿਉਂਕਿ ਨਾਮ ਗੁਰਬਖਸ਼ ਸਿੰਘ ਰੱਖ ਲਿਆ ਸੀ ਇਹਨਾਂ ਨੇ ਬਾਅਦ ਵਿੱਚ ਅੰਮ੍ਰਿਤ ਛਕਣ ਤੋਂ ਬਾਅਦ, ਉਹ ਰਮਦਾਸ ਪਿੰਡ ਵਿੱਚ ਨੇ। ਤੇ ਕਈ ਸਿੰਘ ਇਹਨਾਂ ਦੇ ਚਰਨਾਂ ਵਿੱਚ ਆ ਗਏ। ਸਾਹਿਬ ਸਿੰਘ ਆਦਿਕ ਬੁੱਧਵਾਨ। ਕਿਹੜੇ ਕਿਹੜੇ ਸਿੰਘ ਸਨ? ਜਿਨ੍ਹਾਂ ਵਿੱਚ ਸਾਹਿਬ ਸਿੰਘ ਇੱਕ ਬੜਾ ਸਿਆਣਾ ਸਿੰਘ ਸੀਗਾ ਜੀ। ਹਾਂਜੀ ਜਿਨ ਕੇ ਸਤਿਗੁਰ ਪਦ ਕੋ ਧਿਆਨ। ਹੋਰ ਸਿੰਘ ਜਿਹੜੇ ਜਿਨ੍ਹਾਂ ਦਾ ਧਿਆਨ ਮਹਾਰਾਜ ਦੇ ਚਰਨਾਂ ਨਾਲ ਹੀ ਲੱਗਾ ਰਹਿੰਦਾ ਸੀ, ਮਹਾਰਾਜ ਦੇ ਬੜੇ ਪਿਆਰੇ ਸਿੰਘ ਸਨ ਜਿਹੜੇ। ਹਾਂਜੀ ਕਥਾ ਗੁਰਨ ਕੀ ਸੁਨਬੇ ਚਾਹਤ। ਉਹ ਚਾਹੁੰਦੇ ਸਨ ਸਾਰੇ ਸਿੰਘ ਅਸੀਂ ਮਹਾਰਾਜ ਦੀ ਕਥਾ ਸੁਣੀਏ ਜੀ, ਕਥਾ ਸੁਣੀਏ। ਹਾਂਜੀ ਸੁਨ ਸੁਨ ਗੁਣ ਕੋ ਹਿਰਦੈ ਉਮਾਹਤ। ਤੇ ਸੁਣ ਕੇ ਕਿਸੇ ਕੋਲੋਂ ਵੀ ਉਹਨਾਂ ਨੂੰ ਮਹਾਰਾਜ ਦੀ ਕਥਾ ਸੁਣਨ ਦਾ ਮੌਕਾ ਮਿਲ ਜਾਂਦਾ ਸੀ ਨਾ ਜੀ, ਉਹ ਸਿੰਘਾਂ ਦਾ ਮਨ ਵਿੱਚ ਚਾਅ ਵੱਧ ਜਾਂਦਾ ਸੀਗਾ। ਗੁਰੂ ਦੀ ਕਥਾ ਹੈ ਹੀ ਐਸੀ ਹੈ। ਹਾਂਜੀ ਸ਼੍ਰੀ ਗੁਰਬਖਸ਼ ਸਿੰਘ ਕੇ ਪਾਸ। ਉਹਨਾਂ ਫਿਰ ਸਾਧ ਸੰਗਤ ਜੀ ਭਾਈ ਗੁਰਬਖਸ਼ ਸਿੰਘ ਜੀ ਨੂੰ, ਭਾਵ ਬਾਬਾ ਰਾਮ ਕੋਇਰ ਜੀ ਨੂੰ ਆ ਕੇ ਆਖਿਆ, ਸਭ ਸਿੰਘਨ ਕੀਨਸ ਅਰਦਾਸ। ਸਾਰੇ ਸਿੰਘਾਂ ਰਲ ਕੇ ਅਰਦਾਸ ਹੀ ਕੀਤੀ ਕਿ ਉਹਨਾਂ ਅੱਗੇ। ਹਾਂਜੀ ਮਹਿਦ ਪ੍ਰਸੰਗ ਗੁਰਨ ਕੇ ਜੇਤੇ। ਬਾਬਾ ਜੀ ਜਿਹੜੇ ਗੁਰੂ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪ੍ਰਸੰਗ ਨੇ, ਕਈ ਕਥਾਵਾਂ ਬੜੀਆਂ ਬੜੀਆਂ ਵੱਡੀਆਂ ਨੇ। ਹਾਂਜੀ ਕਰੁਣਾ ਕਰੋ ਉਚਾਰ ਹੋਤੇ ਤੇ। ਸਾਡੇ ਤੇ ਮਿਹਰ ਕਰੋ ਤੇ ਸਾਨੂੰ ਸਾਡੇ ਗੁਰੂ ਦੀ ਕਥਾ ਸੁਣਾ ਦਿਓ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਸੰਗਤ ਜੀ ਬੜਾ ਪ੍ਰਤਾਪ ਚ ਪਿਆਰ ਵਾਲੇ ਕਹਿੰਦੇ ਅਸੀਂ ਗੁਰੂ ਦੀ ਕਥਾ ਸੁਣਨੀ ਹੈ, ਜਿਨ੍ਹਾਂ ਦੇ ਅੰਦਰ ਪਿਆਰ ਨਹੀਂ ਹੈਗਾ ਉਹ ਨਹੀਂ ਸੁਣਦੇ ਜੀ, ਉਹ ਨਹੀਂ ਸੁਣਦੇ ਜੀ। ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਿਆਰ ਨਾਲ ਭਰੇ ਪਏ ਸਿੰਘ ਜੀ। ਬਾਬਾ ਜੀ ਸਾਨੂੰ ਮਹਾਰਾਜ ਦੀ ਕਥਾ ਸੁਣਾਓ। ਸਭ ਸਿੱਖ ਸੰਗਤ ਸੁਨਬੇ ਚਾਹਤ। ਸਾਰੇ ਸਿੱਖ ਸਿੰਘ ਸੰਗਤਾਂ ਮਹਾਰਾਜ ਦੀ ਕਥਾ ਸੁਣਨਾ ਚਾਹੁੰਦੀਆਂ ਹਨ। ਸਤਿਗੁਰ ਗੁਣ ਕੋ ਮਹਾ ਉਮਾਹਤ। ਉਹ ਮਹਾਰਾਜ ਦੇ ਗੁਣ ਸੁਣਨਾ ਚਾਹੁੰਦੀਆਂ। ਕਥਾ ਵੀ ਗੁਣਾਂ ਵਾਲੀ ਹੋਵੇ ਜੀ। ਮਹਾਰਾਜ ਦੇ ਗੁਣ ਸੁਣਨਾ ਚਾਹੁੰਦੀਆਂ ਹਨ ਸੰਗਤਾਂ। ਚੰਦਰ ਬਦਨ ਤੇ ਸੁਦਾ ਸਮਾਨਾ। ਤੇ ਬਾਬਾ ਜੀ
ਕਥਾ ਸੁਣੀਏ ਤੇ ਜੇ ਤੁਹਾਡੇ ਮੁਖੋਂ ਸੁਣਨ ਨੂੰ ਮਿਲ ਜਾਵੇ ਕਥਾ, ਪ੍ਰਗਟ ਕਰਹੁ ਪੀਵਹਿ ਪੁਟ ਕੰਨ। ਫਿਰ ਤੇ ਬੜੀ ਵੱਡੀ ਗੱਲ ਹੋ ਜੇ ਜੀ। ਅੰਮ੍ਰਿਤ ਛਕਣ ਨੂੰ ਮਿਲ ਜਾਏਗਾ। ਭਾਵ ਗੁਰੂ ਦੀ ਕਥਾ ਪਿਆਰ ਵਾਲੇ ਕਰਨ ਤੇ ਅੰਮ੍ਰਿਤ ਹੀ ਹੈ ਜੀ। ਤੇ ਤੁਸੀਂ ਅੰਮ੍ਰਿਤ ਬਚਨ ਕਰੋਗੇ, ਅਸੀਂ ਕੰਨਾਂ ਦੇ ਡੂਨਿਆਂ ਨਾ ਪੀਵਾਂਗੇ ਉਹ। ਹਾਂਜੀ, ਕਮਲ ਬਦਨ ਮਕਰੰਦ ਬਚਨ ਹੈ। ਤੁਹਾਡੇ ਬਚਨ ਬੜੇ ਵਧੀਆ, ਸ਼ਹਿਦ ਵਰਗੇ ਮਿੱਠੇ ਤੁਹਾਡੇ ਬਚਨ ਹੈ। ਹਾਂਜੀ, ਮਧੁਪ ਸਿੰਘ ਅਬਿਲਾਖਤ ਮਨ ਹੈ। ਦਰਸ਼ਨੀ ਚਿਹਰਾ ਜੀ ਬਾਬਾ ਰਾਮ ਕੋਇਰ ਜੀ ਦਾ, ਖਿੜਿਆ ਹੋਇਆ ਚਿਹਰਾ ਤੇ ਬਚਨ ਬੜੇ ਵਧੀਆ, ਸ਼ਹਿਦ ਵਰਗੇ ਮਿੱਠੇ। ਤੇ ਸਿੰਘ ਭੌਰਿਆਂ ਵਾਂਗੂ ਬੈਠੇ ਆ, ਕਹਿਣ ਲੱਗੇ ਸਾਨੂੰ ਕਥਾ ਸੁਣਾਓ ਮਹਾਰਾਜ ਦੀ। ਹਾਂਜੀ, ਭਾਈ ਰਾਮ ਕੋਇਰ ਸੁਨ ਸ਼ਰੋਨ। ਤੇ ਭਾਈ ਰਾਮ ਕੋਇਰ ਜੀ ਨੇ ਸਾਧ ਸੰਗਤ ਜੀ ਜਦੋਂ ਆਪਣੇ ਕੰਨਾਂ ਤੋਂ ਸਿੰਘਾਂ ਦੀ ਬੇਨਤੀ ਸੁਣੀ, ਕਹਿਓ ਚਹਤ ਗੁਰ ਗੁਣ ਸੁਖ ਭਾਉਨ। ਤੇ ਸਾਧ ਸੰਗਤ ਫਿਰ ਉਹ ਮਹਾਰਾਜ ਸੱਚੇ ਪਾਤਸ਼ਾਹ ਦੇ ਗੁਣ ਕਹਿਣ ਲੱਗ ਪਏ ਜੀ। ਫਿਰ ਉਹਨਾਂ ਕਥਾ ਸੁਣਾਈ ਮਹਾਰਾਜ ਦੀ। ਹਾਂਜੀ, ਇਹ ਪ੍ਰਸੰਗ ਸੁਨ ਸਰੋਤਾ ਸਾਰੇ। ਹਾਂਜੀ, ਮਿਲ ਸੰਤੋਖ ਸਿੰਘ ਨਿਕਟ ਉਚਾਰੇ। ਕਹਿਣ ਲੱਗੇ ਇਹ ਗੱਲ ਮੈਨੂੰ ਕਈ ਸਿੰਘਾਂ ਨੇ ਦੱਸੀ ਸੀ। ਕਵੀ ਸੰਤੋਖ ਸਿੰਘ ਦੱਸਦੇ ਵੀ ਬਾਬਾ ਰਾਮ ਕੋਇਰ ਜੀ ਨੇ ਕਥਾ ਕੀਤੀ ਹੈ। ਹਾਂਜੀ, ਰਾਮ ਕੋਇਰ ਕੀ ਪੂਰਬ ਕਥਾ। ਕਹਿਣ ਲੱਗੇ ਮੈਂ ਇਹ ਗ੍ਰੰਥ ਲਿਖ ਰਿਹਾ ਸਾਂ ਤੇ ਮੈਂ ਆਖਿਆ ਵੀ ਆਪਾਂ ਹੁਣ ਸਿੱਧੀ ਸਤਿਗੁਰਾਂ ਦੀ ਕਥਾ ਸੁਣੀਏ ਤੇ ਤੁਹਾਨੂੰ ਸੁਣਾਵਾਂ, ਲਿਖਾਂ ਤੇ ਤੁਸੀਂ ਸੁਣੋ। ਤੇ ਕਥਾ ਸੁਣਨ ਵਾਲੇ ਕਹਿੰਦੇ ਬਾਬਾ ਜੀ ਕਵੀ ਜੀ ਪਹਿਲਾਂ ਕਿਰਪਾ ਕਰੋ, ਗੁਰੂ ਸਾਹਿਬ ਦੀ ਕਥਾ ਵੀ ਸੁਣਾਓ, ਪਹਿਲਾਂ ਰਾਮ ਕੋਇਰ ਜੀ ਦੀ ਕਥਾ ਸੁਣਾਓ ਸਾਨੂੰ, ਭਾਈ ਗੁਰਬਖਸ਼ ਸਿੰਘ ਜੀ ਦੀ ਕਥਾ ਸੁਣਾਓ ਸਾਨੂੰ। ਹਾਂਜੀ, ਹਮੇ ਸੁਨਾਵਹੁ ਹੋਈ ਜਥਾ। ਉਹ ਕਿਹੋ ਜੇ ਸਨ, ਉਹਨਾਂ ਦਾ ਜੀਵਨ ਕੈਸਾ ਸੀ, ਕਿਮ ਗੁਰ ਨਿਕਟ ਰਹੇ ਸੁਖ ਪਾਏ। ਕਿਵੇਂ ਉਹ ਮਹਾਰਾਜ ਦੇ ਕੋਲ ਰਹੇ। ਸੱਚੇ ਪਾਤਸ਼ਾਹ ਜੀ ਦੇ ਨਾਲ ਰਹਿਣਾ ਕਿਹੜੀ ਛੋਟੀ ਗੱਲ ਹੈ। ਕਿਵੇਂ ਮਹਾਰਾਜ ਦੇ ਕੋਲ ਰਹਿ ਕੇ ਉਹਨਾਂ ਸੁਖ ਪਾਇਆ। ਭੇ ਗੁਰ ਬਖਸ਼ ਸਿੰਘ ਕਿਸ ਭਾਏ। ਤੇ ਰਾਮ ਸਿੰਘ ਵਾਹਿਗੁਰੂ ਰਾਮ ਕੋਇਰ ਤੋਂ ਗੁਰਬਖਸ਼ ਸਿੰਘ ਜੀ ਕਿਵੇਂ ਬਣੇ, ਇਹ ਕਥਾ ਸੁਣਾਓ। ਕਹੋ ਚਰਿਤਰ ਪ੍ਰਥਮ ਇਨ ਕੇਰਾ। ਇਸ ਕਰਕੇ ਪਹਿਲਾਂ ਕਵੀ ਜੀ ਪਹਿਲਾਂ ਸਾਨੂੰ ਰਾਮ ਕੋਇਰ ਜੀ ਦੀ ਕਥਾ ਸੁਣਾਓ। ਹਾਂਜੀ, ਪੁਨ ਉਚਾਰ ਹੋ ਇਤਿਹਾਸ ਬਡੇਰਾ। ਕਿਉਂ ਫਿਰ ਇਤਿਹਾਸ ਬੜਾ ਵੱਡਾ, ਬੜਾ ਲੰਮਾ ਸਮਾਂ ਕਥਾ ਚੱਲਣੀ ਹੈ। ਇਸ ਕਰਕੇ ਪਹਿਲਾਂ ਰਾਮ ਕੋਇਰ ਜੀ ਦੀ ਕਥਾ ਸੁਣਾ ਦਿਓ। ਕਾਵ ਇਮ ਸੁਨ ਸਰੋਤਨ ਤੇ ਬਾਨੀ। ਕਵੀ ਸੰਤੋਖ ਸਿੰਘ ਜੀ ਨੂੰ ਜਦੋਂ ਸਰੋਤਿਆਂ ਨੇ ਇਸ ਤਰ੍ਹਾਂ ਆਖਿਆ, ਰਾਮ ਕੋਇਰ ਕੀ ਕਥਾ ਬਖਾਨੀ। ਫਿਰ ਉਹਨਾਂ ਰਾਮ ਕੋਇਰ ਜੀ ਦੀ ਕਥਾ ਸੁਣਾ ਦਿੱਤੀ ਜੀ। ਵੀ ਪਹਿਲਾਂ ਫਿਰ ਰਾਮ ਕੋਇਰ ਜੀ ਦੀ ਕਥਾ ਸੁਣ ਲਓ। ਹਾਂਜੀ, ਕੁਸ਼ਕ ਚਰਿਤਰ ਕਹੋ ਤਿਨ ਕੇਰਾ। ਸਾਰੀ ਕਥਾ ਤੇ ਨਹੀਂ, ਕੁਝ ਚਰਿੱਤਰ ਜਿਹੜੇ ਐ ਉਹ ਕਹਿੰਦੇ ਮੈਂ ਤੁਹਾਨੂੰ ਦੱਸ ਦਿੰਦਾ ਹਾਂ। ਪਠਤ ਸੁਨਤ ਸੁਖ ਦੇਤ ਕਨੇਰਾ। ਜਿਨ੍ਹਾਂ ਨੂੰ ਪੜ੍ਹ ਸੁਣ ਕੇ ਵੀ ਬੜਾ ਸੁੱਖ ਮਿਲਦਾ ਜੇ। ਹਾਂਜੀ, ਮਨ ਵਾਂਛਤ ਵਾਹ ਫਲ ਵਾਹ। ਪ੍ਰਾਪਤ ਹੋਵੇ। ਕਹਿਣ ਲੱਗੇ ਜਿਹੜਾ ਭਾਈ ਰਾਮ ਕੋਇਰ ਜੀ ਦੀ ਕਥਾ ਸੁਣ ਕੇ ਜੋ ਮੰਗੇਗਾ ਉਹ ਮਿਲ ਜਾਏਗਾ। ਮਹਾਂਪੁਰਖਾਂ ਦੀ ਕਥਾ 'ਚ ਰਾਸੀ ਇੰਨਾ ਹੁੰਦਾ ਸਾਧ ਸੰਗਤ ਜੀ, ਮਨ ਟਿਕ ਜਾਂਦਾ, ਜੋ ਮੰਗੀਏ ਮਿਲ ਜਾਂਦਾ ਹੈ। ਸੰਚਤ ਪਾਪ ਸਬਨ ਕੋ ਵਾਹ ਖੋਵੇ। ਵਾਹ ਵਾਹ, ਗੱਜ ਕੇ ਆਖੋ ਵਾਹਿਗੁਰੂ। ਵਾਹਿਗੁਰੂ। ਪਿਆਰ ਨਾਲ ਆਖੋ ਧੰਨ ਭਾਈ ਰਾਮ ਕੋਇਰ ਜੀ, ਧੰਨ ਭਾਈ ਰਾਮ ਕੋਇਰ ਧੰਨ ਜੀ। ਬਾਬਾ ਗੁਰਬਖਸ਼ ਸਿੰਘ ਜੀ। ਧੰਨ ਬਾਬਾ ਗੁਰਬਖਸ਼ ਸਿੰਘ ਇੱਕੋ ਹੀ ਜੀ। ਚੀਜ਼ ਨੇ ਜੀਗੇ। ਕਿੱਡੇ ਕਮਾਲ ਦੀ ਗੱਲ ਕਵੀ ਸੰਤੋਖ ਸਿੰਘ ਜੀ ਕਹਿੰਦੇ ਆ, ਜਿਹੜੇ ਪਾਪ ਅਸੀਂ ਕੀਤੇ ਤੇ ਇਕੱਠੇ ਹੋ ਚੁੱਕੇ, ਸਾਨੂੰ ਪਤਾ ਜੀ, ਹਰ ਬੰਦੇ ਨੂੰ ਆਪਣੇ ਪਾਪਾਂ ਦਾ ਪਤਾ ਜੀ। ਕਹਿੰਦੇ ਪ੍ਰੇਮ ਨਾਲ ਕਥਾ ਸੁਣੋ, ਤੁਹਾਡੇ ਉਹ ਪਾਪ ਵੀ ਨਾਸ ਹੋ ਜਾਣਗੇ। ਹਾਂਜੀ, ਬਿਮਲ ਮਤੀ ਹੋਏ ਲਹਿ ਸੁਖ ਧਾਮ। ਮਤ ਪਵਿੱਤਰ ਹੋਏਗੀ, ਸੁੱਖ ਮਿਲੇਗਾ ਮਨ ਨੂੰ। ਹਾਂਜੀ, ਲਿਵ ਲਾਗੇ ਸਿਮਰਨ ਸਤਨਾਮ। ਤੇ ਆਹ ਕੰਮ ਹੋ ਜੇ ਤੇ ਸਭ ਤੋਂ ਹੀ ਵਧੀਆ ਜੀ। ਕਹਿਣ ਲੱਗੇ ਤੁਹਾਡਾ ਸਿਮਰਨ 'ਚ ਧਿਆਨ ਲੱਗਣ ਲੱਗ ਪਏਗਾ। ਹਾਂਜੀ, ਦੋਹਰਾ ਹਸਤਾ ਮਲਕ ਸਮਾਨ ਔਰ ਜਿਨ ਕੇ ਦਿੜ ਬ੍ਰਹਮ ਗਿਆਨ। ਸਾਧ ਸੰਗਤ ਜੀ ਹੁਣ ਫਿਰ ਰਾਮ ਕੋਇਰ ਜੀ ਦੀ ਕਥਾ ਲਿਖਦੇ ਜੀ। ਬੜੇ ਧਿਆਨ ਨਾਲ ਸੁਣਨੀ, ਗੱਜ ਕੇ ਆਖੋ ਵਾਹਿਗੁਰੂ। ਵਾਹਿਗੁਰੂ। ਜਿਵੇਂ ਔਲਾ, ਜਿਹੜਾ ਔਲਾ
ਕਿਸੇ ਦੇ ਹੱਥ ਤੇ ਪਿਆ ਹੋਵੇ ਸਾਹਮਣੇ ਵੇਖਦਾ ਜੀ ਵੀ ਔਲਾ ਪਿਆ ਹੱਥ ਤੇ। ਇਸੇ ਤਰ੍ਹਾਂ ਬਾਬਾ ਬੁੱਢਾ ਜੀ ਦੇ ਅੰਦਰ ਬ੍ਰਹਮ ਗਿਆਨ ਸੀ, ਸਾਹਮਣੇ ਹੀ ਪਤਾ ਲੱਗਦਾ ਸੀ ਵੀ ਇਹ ਬ੍ਰਹਮ ਗਿਆਨੀ ਹੈ। ਕਈ ਮਨੁੱਖ ਬ੍ਰਹਮ ਗਿਆਨੀ ਹੁੰਦੇ ਛੁਪਾ ਕੇ ਰੱਖਦੇ, ਪਤਾ ਨਹੀਂ ਲੱਗਣ ਦਿੰਦੇ, ਤੇ ਬਾਬਾ ਜੀ ਨੂੰ ਦਰਸ਼ਨ ਕੀਤਿਆਂ ਹੀ ਪਤਾ ਲੱਗਦਾ ਸੀ ਬ੍ਰਹਮ ਗਿਆਨੀ ਹੈ। ਹਾਂਜੀ। ਸ਼੍ਰੀ ਬੁੱਢਾ ਸਾਹਿਬ ਭਏ ਨਮੋ ਬੰਦ ਕਰ ਪਾਨ। ਤੇ ਇਸ ਕਰਕੇ ਕਵੀ ਜੀ ਲਿਖਦੇ, ਕਹਿੰਦੇ ਮੈਂ ਬਾਬਾ ਬੁੱਢਾ ਜੀ ਦੇ ਪਰਿਵਾਰ ਦੀ ਕਥਾ ਕਰਨ ਲੱਗਾ, ਪਹਿਲਾਂ ਬਾਬਾ ਬੁੱਢਾ ਜੀ ਨੂੰ ਮੱਥਾ ਟੇਕਦਾ। ਕਹੋ ਪ੍ਰੇਮ ਨਾਲ ਹੱਥ ਜੋੜ ਕੇ, ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ, ਧੰਨ ਧੰਨ ਬਾਬਾ ਬੁੱਢਾ ਸਾਹਿਬ, ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ, ਧੰਨ ਧੰਨ ਬਾਬਾ ਬੁੱਢਾ ਸਾਹਿਬ, ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ, ਧੰਨ ਧੰਨ ਬਾਬਾ ਬੁੱਢਾ ਸਾਹਿਬ। ਹਾਂਜੀ। ਚੌਪਈ ਗੁਰ ਸਿੱਖੀ ਕੀ ਅਵਧ ਆਧਾਰਾ। ਗੁਰ ਸਿੱਖੀ ਦਾ ਕੋਈ ਆਸਰਾ ਹੈ ਤੇ ਬਾਬਾ ਬੁੱਢਾ ਜੀ ਹਨ ਜੀ। ਕਹੇ ਸਿੱਖ ਦਾ ਮਨ ਡੋਲਣ ਲੱਗ ਪਏ ਜੀ, ਸਿੱਖੀ ਕਮਾਈ ਨਾ ਜਾਵੇ ਤੇ ਬਾਬਾ ਬੁੱਢਾ ਜੀ ਦੀ ਕਥਾ ਸੁਣ ਲਿਓ, ਆਸਰਾ ਮਿਲ ਜਾਏਗਾ ਮਨ ਨੂੰ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਗੁਰਸਿੱਖੀ ਦਾ ਆਧਾਰ ਹਨ ਬਾਬਾ ਬੁੱਢਾ ਸਾਹਿਬ ਜੀ। ਹਾਂਜੀ। ਜਿਮ ਸਭ ਜਲ ਕੀ ਸਿੰਧ ਅਪਾਰਾ। ਗੁਰਸਿੱਖੀ ਸਭ ਤੋਂ ਵੱਧ ਬਾਬਾ ਬੁੱਢਾ ਸਾਹਿਬ ਵਿੱਚ। ਕਿਵੇਂ? ਜਿਵੇਂ ਪਾਣੀ ਸਭ ਤੋਂ ਵੱਧ ਕਿਹਦੇ 'ਚ ਹੈ? ਸਮੁੰਦਰ ਵਿੱਚ। ਗੱਜ ਕੇ ਆਖੋ ਵਾਹਿਗੁਰੂ। ਸਾਰਾ ਜਲ ਦਾ ਆਸਰਾ ਹੀ ਸਮੁੰਦਰ ਹੈ ਨਾ, ਸਮੁੰਦਰ ਨੂੰ ਜਲ ਦਾ ਹੀ ਆਸਰਾ ਹੈ। ਹਾਂਜੀ। ਮਾਰ ਤੰਡ ਜਿਮ ਤੇਜ ਪ੍ਰਚੰਡ ਹੈ। ਸਭ ਤੋਂ ਅੱਗ ਕਿਹਦੇ 'ਚ ਜ਼ਿਆਦਾ ਹੈ? ਸੂਰਜ ਵਿੱਚ। ਜਿਵੇਂ ਸੂਰਜ ਵਿੱਚ ਸਭ ਤੋਂ ਵੱਧ ਤੇਜ ਹੈ, ਇਸੇ ਤਰ੍ਹਾਂ ਬਾਬਾ ਬੁੱਢਾ ਸਾਹਿਬ ਵਿੱਚ ਸਭ ਤੋਂ ਵੱਧ ਸਿੱਖੀ ਹੈ। ਜਥਾ ਅਖੰਡਲ ਭੂਤਲ ਖੰਡ ਹੈ। ਕਹਿਣ ਲੱਗੇ ਜਿਵੇਂ ਇੰਦਰ ਦੇਵਤਾ ਧਰਤੀ ਨੂੰ ਫਤਿਹ ਕਰਨ ਵਾਲਿਆ ਰਾਜਾ ਮੰਨਿਆ ਜਾਂਦਾ ਹੈ, ਸਭ ਰਾਜਿਆਂ ਨੂੰ ਉਹਦਾ ਆਸਰਾ ਹੈ, ਵੱਡਾ ਦੇਵਤਾ ਮੰਨਦੇ ਆ। ਇਸੇ ਤਰ੍ਹਾਂ ਸਭ ਤੋਂ ਵੱਡੇ ਸਿੱਖ ਧੰਨ ਧੰਨ ਬਾਬਾ ਬੁੱਢਾ ਜੀ ਹਨ। ਜਥਾ ਛਿਮਾ ਕੀ ਛਾਉਣੀ ਹੈ। ਧਰਤੀ ਨੂੰ ਜਿਵੇਂ ਖਿਮਾ ਦਾ ਮੰਨਦੇ ਆ ਵੀ ਖਿਮਾ ਸਭ ਤੋਂ ਵੱਧ ਧਰਤੀ ਵਿੱਚ ਹੈ, ਧਰਤੀ ਵਿੱਚ ਮਾਫ ਕਰਨ ਦਾ ਗੁਣ ਸਭ ਤੋਂ ਉੱਤਮ ਮੰਨਿਆ ਜਾਂਦਾ, ਜ਼ਿਆਦਾ ਮੰਨਿਆ ਜਾਂਦਾ। ਵਾਯੂ ਮਹਿਦ ਬੇਲ ਕੀਲ ਹੈ। ਤੇ ਸਭ ਤੋਂ ਤੇਜ਼ ਹਵਾ ਮੰਨੀ ਜਾਂਦੀ ਜੀ। ਕਹਿੰਦੇ ਆ ਜਿਵੇਂ ਤੇਜ਼ ਹਨੇਰੀ ਪਾਉਣ ਦਾ ਆਸਰਾ ਹੈ, ਤੇਜ਼ ਹਨੇਰੀ ਨੂੰ ਹਵਾ ਦਾ ਆਸਰਾ ਹੈ। ਹਾਂਜੀ। ਸਹਿਨਸ਼ੀਲ ਸੌਂਦਰਜ ਸੂਰਤਾ। ਹਾਂਜੀ। ਪ੍ਰਭੂ ਵਿਸ਼ਨ ਹੈ ਸਭੈ ਪੂਰਤਾ। ਜਿਵੇਂ ਵਿਸ਼ਨੂੰ ਜੀ ਵਿੱਚ ਸਹਿਣਸ਼ੀਲਤਾ ਵੀ ਹੈ, ਲੱਤ ਵੀ ਮਾਰੀ ਸੀ ਕੁਝ ਨਹੀਂ ਸੀ ਕਿਹਾ, ਸੁੰਦਰ ਸਨ, ਸੂਰਮਤਾ ਸਨ, ਸੂਰਮਤਾਈ ਵਿੱਚ ਪੂਰੇ ਸਨ। ਸੋ ਪ੍ਰਕਾਸ਼ ਕੀ ਅਵਧ ਮਯੰਕਾ। ਤੇ ਜਿਵੇਂ ਪ੍ਰਕਾਸ਼ ਦਾ ਆਧਾਰ ਚੰਦਰਮਾ ਹੈ। ਜਥਾ ਦੁਰਗ ਕੀ ਦੀਰਘ ਲੰਕਾ। ਤੇ ਜਿਵੇਂ ਕਿਲਿਆਂ ਨੂੰ ਕਿਹਦਾ ਆਸਰਾ ਹੁੰਦਾ? ਸਾਧ ਸੰਗਤ ਜੀ, ਕਿਲਿਆਂ ਨੂੰ ਤੇ ਮਿੰਟ 'ਚ ਲੁੱਟ ਲੈਣ ਜੇ ਸਿਪਾਹੀ ਨਾ ਬਿਠਾਏ ਹੋਣ ਤੇ। ਜਿਵੇਂ ਕਿਲਿਆਂ ਨੂੰ ਫੌਜਾਂ ਦਾ ਆਸਰਾ ਹੁੰਦਾ ਹੈ। ਨਾਗਨ ਸ਼ੇਸ਼ ਬਾਸ਼ਕੀ ਸਰਪਨ। ਇਸੇ ਤਰ੍ਹਾਂ ਸਿੱਖੀ ਨੂੰ ਬਾਬਾ ਬੁੱਢਾ ਜੀ ਦਾ ਹੀ ਆਸਰਾ ਹੈ। ਸਿੱਖਾਂ ਨੂੰ ਬਾਬਾ ਬੁੱਢਾ ਜੀ ਦਾ ਆਸਰਾ। ਗੁਰੂ ਸਾਹਿਬ ਤੋਂ ਬਾਅਦ ਸਭ ਤੋਂ ਵੱਧ ਕਿਸੇ ਦਾ ਸਤਿਕਾਰ ਨਾਮ ਦੇ ਨਾਲ ਨਾਮ ਲਿਆ ਜਾਂਦਾ ਤੇ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਦਾ ਨਾਮ ਲਿਆ ਜਾਂਦਾ ਜੀ। ਤੇ ਜਿਵੇਂ ਨਾਗਾਂ ਵਿੱਚੋਂ ਸ਼ੇਖ ਨਾਗ ਬੜਾ ਵੱਡਾ ਹੈ। ਹਾਂਜੀ। ਤਨ ਹੰ ਤਜਨ ਹੋਤ ਸਭ ਅਰਪਨ। ਸੱਪਾਂ ਦੇ ਵਿੱਚੋਂ ਸਾਧ ਸੰਗਤ ਜੀ, ਨਾਗਾਂ ਵਿੱਚੋਂ ਆਧਾਰ ਹੈ ਬਾਸ਼ਕ ਨਾਗ ਤੇ ਸੱਪਾਂ ਵਿੱਚੋਂ ਹੈ ਸ਼ੇਸ਼ ਨਾਗ। ਤੇ ਕਹਿਣ ਲੱਗੇ ਇਸੇ ਤਰ੍ਹਾਂ ਜਿਵੇਂ ਉਹ ਸਿਰਮੌਰ ਨੇ, ਫਿਰ ਕਹਿਣ ਲੱਗੇ ਜਿਵੇਂ ਤਨ ਦਾ ਹੰਕਾਰ ਛੱਡਣ ਨਾਲ ਸਭ ਕੁਝ ਹੀ ਅਰਪਣ ਹੋ ਜਾਂਦਾ ਹੈ, ਹਉਮੈ ਦਾ ਤਿਆਗ ਹੋ ਜਾਂਦਾ ਹੈ। ਲਿਖਨ ਵਿਖਿਆ ਜਿਮ ਅਵਧ ਗਜਾਨਨ। ਬਸ ਇਸੇ ਤਰ੍ਹਾਂ ਹੀ ਧੰਨ ਧੰਨ ਬਾਬਾ ਬੁੱਢਾ ਸਾਹਿਬ ਹਨ। ਰੰਚਕ ਮਾਤਰ ਵੀ ਹਉਮੈ ਨਹੀਂ। ਹਿਸਾਬ ਕਿਤਾਬ ਦੀ ਸਭ ਤੋਂ ਵੱਧ ਹਿਸਾਬ ਕਿਤਾਬ ਕਿਹਦੇ 'ਚ ਮੰਨਿਆ? ਗਣੇਸ਼ ਜੀ ਵਿੱਚ। ਕਿਉਂ ਮੰਨਿਆ ਉਹ ਵੀ ਸੁਣ ਲਓ। ਮਹਾਭਾਰਤ ਦੀ ਸਾਧ ਸੰਗਤ ਜੀ ਜਦੋਂ ਕਥਾ ਉਚਾਰੀ ਗਈ ਤੇ ਜਿਹਨੇ ਕਥਾ ਉਚਾਰਨੀ ਸੀ ਨਾ ਮਹਾਭਾਰਤ ਦੀ,
ਉਹਨੇ ਕਿਹਾ ਸੀ ਵੀ ਮੈਂ ਉਚਾਰਾਂਗਾ ਤਾਂ, ਮੈਂ ਰੁਕਣਾ ਨਹੀਂ ਹੈ। ਤੇ ਲਿਖਣ ਵਾਲਾ ਵੀ ਇੱਕ ਰਸ ਲਿਖੇ ਜੀ, ਕੋਈ ਲਿਖਾਰੀ ਨਾ ਲੱਭੇ। ਹੁਣ ਐਡਾ ਵੱਡਾ ਲਿਖਾਰੀ ਕੌਣ ਹੋਵੇ ਜਿਹੜਾ ਸਾਹ ਵੀ ਨਾ ਲਵੇ ਤੇ ਲਿਖੀ ਜਾਵੇ, ਲਿਖੀ ਜਾਵੇ, ਲਿਖੀ ਜਾਵੇ, ਲਿਖੀ ਜਾਵੇ। ਹੁਣ ਵੇਦ ਵਿਆਸ ਜੀ ਫਿਰ ਕਹਿੰਦੇ ਬੰਦਾ ਇਹੋ ਜਿਹਾ ਲੱਭੋ, ਗਣੇਸ਼ ਜੀ ਨੂੰ ਲੱਭਿਆ। ਉਹ ਬੋਲੀ ਗਏ ਵਿਆਸ ਜੀ, ਵੇਦ ਵਿਆਸ ਜੀ, ਤੇ ਸਾਧ ਸੰਗਤ ਜੀ ਗਣੇਸ਼ ਜੀ ਲਿਖੀ ਗਏ, ਲਿਖੀ ਗਏ, ਲਿਖੀ ਗਏ। ਹਿਸਾਬ ਕਿਤਾਬ ਦੇ ਪੂਰੇ, ਜਿਵੇਂ ਲਿਖਾਰੀਆਂ ਦੀ ਹੱਦ ਗਣੇਸ਼ ਜੀ ਹਨ। ਜੋਗੀ ਸਭ ਹਿਨ ਕੀ ਪੰਚਾਨਨ। ਜੋਗ ਜੇ ਸਭ ਤੋਂ ਵੱਧ ਕਿਸੇ ਨੇ ਕਮਾਇਆ ਤਾਂ ਸ਼ਿਵਾ ਨੇ ਕਮਾਇਆ, ਸ਼ਿਵ ਜੀ ਨੇ ਕਮਾਇਆ। ਹਾਂਜੀ, ਸੈਨਾਪਤ ਕੀ ਅਵਧ ਖੜਾਨਨ। ਤੇ ਸਾਧ ਸੰਗਤ ਜੀ ਸੈਨਾਪਤੀ ਦਾ ਜੇ ਕੋਈ ਆਧਾਰ ਹੈ ਤੇ ਉਹ ਸ਼ਿਵ ਜੀ ਦਾ ਪੁੱਤਰ ਮੰਨਿਆ ਜਾਂਦਾ ਹੈ, ਕਾਰਤਿਕੇ। ਹਾਂਜੀ, ਰਚਨਾ ਰਚਨਨ ਮਹਿ ਚਤੁਰਾਨਨ। ਤੇ ਜੇ ਕੋਈ ਰਚਨਾ ਰਚਨ ਵਿੱਚ ਸਾਧ ਸੰਗਤ ਜੀ ਕੋਈ ਸਭ ਤੋਂ ਤੇਜ਼ ਹੋਵੇ, ਬ੍ਰਹਮਾ ਜੀ ਨੂੰ ਮੰਨਿਆ ਜਾਂਦਾ। ਇੰਜੀਨੀਅਰ ਬੜੇ ਵੱਡੇ ਆ, ਗੱਜ ਕੇ ਆਖੋ ਵਾਹਿਗੁਰੂ। ਮਹਾਰਾਜ ਬਾਣੀ ਚ ਕਹਿੰਦੇ ਕੋਟ ਬ੍ਰਹਮੇ ਜਗ ਸਾਜਣ ਲਾਏ। ਹਿਸਾਬ ਕਿਤਾਬ ਵਿੱਚ ਗਣੇਸ਼ ਜੀ ਤੋਂ ਵੱਡਾ ਕੋਈ ਨਹੀਂ, ਲਿਖਾਰੀਆਂ ਚੋਂ ਗਣੇਸ਼ ਜੀ ਤੋਂ ਵੱਡਾ ਕੋਈ ਨਹੀਂ, ਜੋਗੀਆਂ ਦੇ ਵਿੱਚੋਂ ਸ਼ਿਵ ਜੀ ਤੋਂ ਵੱਡਾ ਜੋਗੀ ਕੋਈ ਨਹੀਂ। ਜਿੰਨੇ ਵੱਡੇ ਸੈਨਾਪਤੀ ਹੋਏ ਆ, ਸੈਨਾਪਤੀਆਂ ਵਿੱਚੋਂ ਕਾਰਤਿਕੇ ਤੋਂ ਵੱਡਾ ਸੈਨਾਪਤੀ ਕੋਈ ਨਹੀਂ ਹੈ। ਰਚਨਾ ਕਰਨ ਵਾਲਿਆਂ ਵਿੱਚੋਂ ਬ੍ਰਹਮਾ ਜੀ ਤੋਂ ਵੱਡਾ ਕੋਈ ਰਚਨਕਾਰ ਨਹੀਂ ਹੈ। ਤਿਮ ਬੁੱਢਾ ਸਾਹਿਬ ਬ੍ਰਹਮ ਗਿਆਨੀ। ਇਸੇ ਤਰ੍ਹਾਂ ਸਿੱਖਾਂ ਵਿੱਚੋਂ ਸਭ ਤੋਂ ਵੱਡੇ ਨੇ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ। ਬਾਬਾ ਬੁੱਢਾ ਸਾਹਿਬ ਤੋਂ ਵੱਡਾ ਸਿੱਖ ਕੋਈ ਨਹੀਂ ਹੈਗਾ ਜੀ। ਹਾਂਜੀ, ਸਿੱਖੀ ਕੇ ਆਧਾਰ ਗੁਣ ਖਾਨੀ। ਬਾਬਾ ਬੁੱਢਾ ਸਾਹਿਬ ਜੀ ਸਿੱਖੀ ਦੇ ਆਧਾਰ ਹਨ, ਆਸਰਾ ਹਨ ਤੇ ਗੁਣਾਂ ਦੀ ਖਾਨ ਹਨ। ਤਿੰਨ ਕੋ ਸੁਜਸ ਕਹਾਂ ਲਓ ਕਹੀਐ। ਕਵੀ ਜੀ ਕਹਿੰਦੇ ਸੰਗਤ ਜੀ ਮੈਂ ਬਾਬਾ ਬੁੱਢਾ ਜੀ ਦਾ ਕਿੰਨਾ ਕੁ ਜਸ ਤੁਹਾਨੂੰ ਦੱਸਾਂ, ਕਿੰਨੀ ਕੁ ਸਿਫਤ ਕਰੀ ਜਾਵਾਂ ਬਾਬਾ ਬੁੱਢਾ ਜੀ ਦੀ। ਹਾਂਜੀ, ਜੀਵਨ ਮੁਕਤ ਅਵਸਥਾ ਲਹੀਐ। ਜਿਉਂਦਿਆਂ ਜੀ ਬਾਬਾ ਜੀ ਮੁਕਤ ਸਨ ਜੀ, ਜੀਵਨ ਮੁਕਤ ਅਵਸਥਾ ਸੀਗੀ ਜੀ। ਮਹਾਰਾਜ ਬਾਣੀ ਚ ਕਹਿੰਦੇ ਨਾ, ਹਰ ਹਰ ਜਨ ਦੁਈ ਏਕ ਹੈ, ਬਿਬ ਵਿਚਾਰ ਕਛ ਨਾਹੀ। ਗੁਰੂ ਸਾਹਿਬ ਨੂੰ ਯਾਦ ਕਰ ਲਓ, ਬਾਬਾ ਬੁੱਢਾ ਜੀ ਨੂੰ ਯਾਦ ਕਰ ਲਓ, ਇੱਕੋ ਹੀ ਗੱਲ ਹੈ। ਜਿਨ੍ਹਾਂ ਨਾ ਵਿਸਰੇ ਨਾਮ ਸੇ ਕਨੇਹਿਆ, ਭੇਦ ਨਾ ਜਾਣੋ ਮੂਲ ਸਾਈਂ ਜਿਹਾ। ਕਵੀ ਸੰਤੋਖ ਸਿੰਘ ਕਹਿੰਦੇ ਸੰਗਤ ਜੀ ਮੈਂ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਦੇ ਕਿੰਨੇ ਕੁ ਗੁਣ ਕਹਾਂ। ਤਿੰਨ ਕੋ ਪੁੱਤਰ ਨਾਮ ਕਹਿ ਭਾਣਾ। ਬਾਬਾ ਬੁੱਢਾ ਜੀ ਦਾ ਪੁੱਤਰ ਸੀ ਜਿਹਦਾ ਨਾਮ ਸੀ ਭਾਈ ਭਾਨਾ ਜੀ, ਭਾਣਾ ਵੀ ਕਹਿੰਦੇ ਸਨ। ਹਾਂਜੀ, ਜਿਨ ਜਾਣਿਓ ਮੀਠੋ ਗੁਰ ਭਾਣਾ। ਕਹਿਣ ਲੱਗੇ ਬਾਬਾ ਭਾਣਾ ਜੀ ਨੇ ਗੁਰੂ ਦਾ ਭਾਣਾ ਮਿੱਠਾ ਕਰਕੇ ਹੀ ਮੰਨਿਆ ਜੀ। ਫਿਰ ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਗੁਣ ਸਨ ਪੂਰੇ ਜੀ ਉਹਨਾਂ ਵਿੱਚ। ਹਾਂਜੀ, ਪਿਤਾ ਸਮਾਨ ਗਿਆਨ ਮਹਿ ਪੂਰਾ। ਬਾਬਾ ਬੁੱਢਾ ਸਾਹਿਬ ਬੜੇ ਵੱਡੇ ਵਿਦਵਾਨ ਗਿਆਨੀ, ਬ੍ਰਹਮ ਗਿਆਨੀ, ਤੇ ਬਾਬਾ ਭਾਣਾ ਜੀ ਵੀ ਫਿਰ ਬ੍ਰਹਮ ਗਿਆਨੀ ਹੋਏ ਜੀ। ਹਾਂਜੀ, ਕਾਮ ਆਦਿਕ ਰਿਪ ਹਤੇ ਬਸੂਰਾ। ਕਾਮ ਆਦਿਕ ਵੈਰੀ ਜਿਹੜੇ ਸਨ ਉਹ ਬਾਬਾ ਭਾਣਾ ਜੀ ਦੇ ਨੇੜੇ ਵੀ ਨਹੀਂ ਫੜਕੇ ਜੀ, ਐ ਕੰਟਰੋਲ ਰੱਖਿਆ ਜੀ, ਜਿੱਤ ਲਿਆ ਜੀ ਵੈਰੀਆਂ ਨੂੰ। ਹਾਂਜੀ, ਤਿਸ ਕੋ ਪੁੱਤਰ ਨਾਮ ਕਹਿ ਸ਼ਰਵਣ। ਬਾਬਾ ਭਾਣਾ ਜੀ ਦੇ ਘਰ ਵਿੱਚ, ਭਾਵ ਭਾਨਾ ਜੀ ਦੇ ਘਰ ਵਿੱਚ ਇੱਕ ਪੁੱਤਰ ਪੈਦਾ ਹੋਇਆ ਜੀ। ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਦਾ ਪੋਤਰਾ, ਦੁਨੀਆ ਨੂੰ ਪੁੱਤ ਦੇਣ ਵਾਲੇ ਬਾਬਾ ਬੁੱਢਾ ਸਾਹਿਬ, ਸਖਣੀਆਂ ਝੋਲੀਆਂ ਭਰਨ ਵਾਲੇ ਬਾਬਾ ਬੁੱਢਾ ਸਾਹਿਬ। ਤੇ ਬਾਬਾ ਬੁੱਢਾ ਜੀ ਦੇ ਘਰ ਵਿੱਚ ਪੋਤਰਾ ਜਨਮਿਆ ਜਿਹਦਾ ਨਾਮ ਸੀ ਬਾਬਾ ਸਰਵਣ ਜੀ। ਹਾਂਜੀ, ਸ਼ਰਵਣ ਸੁਣਿਓ ਜਸ ਜਿਹ ਸਮ ਸ਼ਰਵਣ। ਬਸ ਜੀ ਉਹ ਸਰਵਣ ਵਰਗੇ ਹੀ ਸਨ ਜੀ। ਭਗਤ ਹੋਇਆ ਨਾ ਸਰਵਣ, ਹੋਵੇ ਸਰਵਣ ਵਿਰਲਾ ਕੋਈ, ਜਿਹਨੇ ਆਪਣੇ ਮਾਤਾ ਪਿਤਾ ਦੀ ਬੜੀ ਸੇਵਾ ਕੀਤੀ ਸੀਗੀ। ਹਾਂਜੀ, ਸਤਿਗੁਰ ਸਿੱਖੀ ਕਹੋ ਵੱਡ ਭਾਰਾ। ਬਸ ਉਹ ਵੀ ਸਰਵਣ ਵਰਗੇ ਹੀ ਸਨ। ਬਾਬਾ ਸਰਵਣ ਜੀ ਗੁਰੂ ਸਾਹਿਬ ਜੀ ਦੇ ਬੜੇ ਵੱਡੇ ਸਿੱਖ ਬਣੇ ਜੀ, ਬੜੇ ਵੱਡੇ ਸਿੱਖ। ਬਾਬਾ ਬੁੱਢਾ ਜੀ ਦੇ ਪੋਤਰੇ ਨੇ।
ਹਾਂਜੀ। ਸਰਬ ਸਹਾਰਿਓ ਭਾ ਜਗ ਭਾਰਾ। ਸਾਰਾ ਜਗਤ ਉਹਨਾਂ ਦੀ ਵਡਿਆਈ ਕਰਦਾ ਹੁੰਦਾ ਸੀ। ਬਾਬਾ ਸਰਵਣ ਜੀ ਦੇ ਦਰਸ਼ਨ ਕਰਕੇ ਰੋਗ ਠੀਕ ਹੋ ਜਾਂਦੇ ਸਨ ਜੀ। ਹਾਂਜੀ। ਤਿੰਨ ਕੇ ਉਪਜਿਓ ਪੁੱਤਰ ਜਲਾਲ। ਬਾਬਾ ਸਰਵਣ ਜੀ ਦੇ ਘਰ ਵਿੱਚ ਪੁੱਤਰ ਪੈਦਾ ਹੋਇਆ ਜੀ, ਜਿਸ ਪੁੱਤਰ ਦਾ ਨਾਮ ਜਲਾਲ ਰੱਖਿਆ। ਤੇ ਬਾਬਾ ਜਲਾਲ ਜੀ ਬਾਬਾ ਬੁੱਢਾ ਜੀ ਦੇ ਕੀ ਲੱਗੇ ਭਲਾ? ਪੜਪੋਤਰੇ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਪੜਪੋਤਰੇ ਲੱਗੇ ਜੀ, ਪੜਪੋਤਰੇ। ਹਾਂਜੀ। ਗੁਰ ਪਗ ਪ੍ਰੇਮ ਰੰਗ ਚੜ ਲਾਲ। ਕਹਿਣ ਲੱਗੇ ਪੁੱਤਰ ਦਾ ਨਾਮ, ਪੜਪੋਤਰਾ ਜੀ ਦਾ ਨਾਮ ਰੱਖਿਆ ਜਲਾਲ। ਤੇ ਨਾਮ ਦੇ ਨਹੀਂ ਸੀ ਜਲਾਲ, ਗੁਰੂ ਸਾਹਿਬ ਜੀ ਦੇ ਪ੍ਰੇਮ ਦਾ ਲਾਲ ਰੰਗ ਵੀ ਲੱਗਾ ਹੋਇਆ ਸੀ ਉਹਨਾਂ ਨੂੰ। ਲਾਲ ਰੰਗ ਜਿਸ ਕੋ ਲਗਾ ਤਿਸ ਕੇ ਵਡ ਭਾਗਾ। ਹਾਂਜੀ। ਬਹੁ ਸਿੱਖਿਆ ਨ ਕਹੋ ਗੁਰਮਤ ਦੀਨਸ। ਬਾਬਾ ਜਲਾਲ ਜੀ, ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਦੇ ਪੜਪੋਤਰਾ ਜੀ ਨੇ ਬੜੇ ਸਿੱਖਾਂ ਨੂੰ ਗੁਰਮਤ ਦਿੱਤੀ ਜੀ। ਹਾਂਜੀ। ਮਿਲੇ ਪਹੁੰਚ ਨਰ ਮੁਕਤੀ ਕੀਨਸ। ਮਤਲਬ ਜਿਹੜਾ ਬਾਬਾ ਜਲਾਲ ਜੀ ਦੇ ਕੋਲ ਆ ਜਾਂਦਾ ਸੀ, ਮੁਕਤੀ ਤੱਕ ਪਹੁੰਚਾ ਦਿੰਦੇ ਸੀ ਬਾਬਾ ਜੀ ਉਹਨੂੰ ਜੀ। ਹਾਂਜੀ। ਤਿਸ ਕੋ ਪੁੱਤਰ ਦਾਮ ਕਹਿ ਝੰਡਾ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਅੱਗੋਂ ਫਿਰ ਪੜਪੋਤਰੇ ਦਾ ਪੁੱਤਰ, ਬਾਬਾ ਬੁੱਢਾ ਜੀ ਦੇ ਪੜਪੋਤਰੇ ਦਾ ਪੁੱਤਰ, ਉਹਨਾਂ ਦਾ ਨਾਮ ਸੀ ਬਾਬਾ ਝੰਡਾ ਜੀ। ਇਹ ਬਾਬਾ ਬੁੱਢਾ ਜੀ ਦੀ ਕੁੱਲ ਵੀ ਸੁਣ ਲਓ, ਬਹੁਤਿਆਂ ਨੇ ਨਹੀਂ ਸੁਣੀ ਹੋਣੀ ਜੀ, ਬਹੁਤਿਆਂ ਨੇ ਨਹੀਂ ਸੁਣੀ ਹੋਣੀ ਬਾਬਾ ਬੁੱਢਾ ਜੀ ਦੀ ਕੁੱਲ। ਬਾਬਾ ਬੁੱਢਾ ਜੀ ਦੇ ਪੁੱਤਰ ਦਾ ਕੀ ਨਾਮ ਸੀ? ਬਾਬਾ ਭਾਣਾ ਜੀ। ਬਾਬਾ ਭਾਣਾ ਜੀ ਦੇ ਪੁੱਤਰ ਦਾ ਨਾਮ ਬਾਬਾ ਸਰਵਣ ਜੀ। ਤੇ ਸਰਵਣ ਜੀ ਦੇ ਪੁੱਤਰ ਦਾ ਨਾਮ ਬਾਬਾ ਜਲਾਲ ਜੀ। ਤੇ ਬਾਬਾ ਜਲਾਲ ਜੀ ਦੇ ਪੁੱਤਰ ਦਾ ਨਾਮ ਬਾਬਾ ਝੰਡਾ ਜੀ। ਹਾਂਜੀ। ਜਿਸ ਕੋ ਜਸ ਜਾਹਰ ਜਿਮ ਝੰਡਾ। ਕਹਿੰਦੇ ਬਾਬਾ ਝੰਡਾ ਜੀ ਦਾ ਜਸ ਵੀ ਐਵੇਂ ਦਾ ਸੀ ਜਿਵੇਂ ਝੰਡਾ ਲੱਗਾ, ਸੋਹਣਾ ਲੱਗਦਾ ਹੈ ਨਾ। ਇਸੇ ਤਰ੍ਹਾਂ ਬਾਬਾ ਬੁੱਢਾ ਜੀ ਦੇ ਇਸ ਪੜਪੋਤਰੇ ਦੇ ਪੁੱਤਰ ਬਾਬਾ ਝੰਡਾ ਜੀ ਦਾ ਜਸ ਵੀ ਐਸਾ ਸੀ। ਬ੍ਰਹਮਾਕਾਰ ਬ੍ਰਿਤ ਇੱਕ ਰਸ ਮੈਂ। ਬਸ ਬਾਬਾ ਬੁੱਢਾ ਜੀ ਦੇ ਪੜਪੋਤਰਾ ਜੀ ਦੇ ਪੁੱਤਰ ਬਾਬਾ ਝੰਡਾ ਜੀ ਹਰ ਵੇਲੇ ਬ੍ਰਹਮ ਗਿਆਨ ਵਿੱਚ ਲੀਨ ਰਹਿੰਦੇ ਸਨ। ਜਿਸ ਕੇ ਨਹੀਂ ਅਨਿਕਤਾ ਦ੍ਰਿਸ਼ ਮੈਂ। ਕਹਿਣ ਲੱਗੇ ਬਾਬਾ ਬੁੱਢਾ ਸਾਹਿਬ ਜੀ ਦੇ ਨਾ, ਬੈਠ ਜਾਓ, ਬਾਬਾ ਬੁੱਢਾ ਜੀ ਦੇ ਇਸ ਪਵਿੱਤਰ ਕੁੱਲ ਵਿੱਚ ਆਏ ਹੋਏ ਬਾਬਾ ਝੰਡਾ ਜੀ ਦਾ ਇਹ ਸੁਭਾਅ ਸੀ, ਸਾਰਿਆਂ 'ਚ ਹੀ ਵਾਹਿਗੁਰੂ ਨੂੰ ਵੇਖਦੇ ਸੀ। ਹਾਂਜੀ। ਇਨ ਤੇ ਸੁਤ ਗੁਰ ਦਿੱਤਾ ਹੋਵਾ। ਅੱਗੋਂ ਫਿਰ ਬਾਬਾ ਝੰਡਾ ਜੀ ਦੇ ਘਰ ਵਿੱਚ ਪੁੱਤਰ ਪੈਦਾ ਹੋਇਆ ਜੀ, ਜਿਹਦਾ ਨਾਮ ਕੀ ਰੱਖਿਆ? ਬਾਬਾ ਗੁਰਦਿੱਤਾ ਜੀ। ਇੱਕ ਬਾਬਾ ਗੁਰਦਿੱਤਾ ਜੀ ਗੁਰੂ ਹਰਗੋਬਿੰਦ ਸਾਹਿਬ ਦੇ ਸਪੁੱਤਰ ਨੇ। ਇਹ ਗੁਰਦਿੱਤਾ ਜੀ ਜਿਨ੍ਹਾਂ 9ਵੇਂ ਪਾਤਸ਼ਾਹ ਨੂੰ ਗੁਰਤਾ ਗੱਦੀ ਦਾ ਤਿਲਕ ਲਾਇਆ ਜੀ। ਹਾਂਜੀ। ਗੁਰ ਸਿੱਖੀ ਜਿਨ ਮਾਰਗ ਜੋਵਾ। ਤੇ ਬਾਬਾ ਗੁਰਦਿੱਤਾ ਜੀ ਵੀ ਫਿਰ ਬੜਾ ਗੁਰਸਿੱਖੀ ਦੇ ਮਾਰਗ ਤੇ ਚੱਲੇ ਜੀ। ਹਾਂਜੀ। ਅੰਤ ਸਮੈ ਪਦ ਪਰਮ ਪਹੁੰਚਾ। ਇਹ ਵੀ ਅੰਤਮ ਸਮੇਂ ਤੱਕ ਬ੍ਰਹਮ ਗਿਆਨ ਮਹਿ ਜਿਸ ਮਨ ਰੂਚਾ। ਬ੍ਰਹਮ ਗਿਆਨ ਦੀ ਪਦਵੀ ਨੂੰ ਪ੍ਰਾਪਤ ਕਰ ਗਏ, ਮੁਕਤ ਅਵਸਥਾ ਹੋਈ ਫਿਰ ਇਹਨਾਂ ਦੀ। ਹਾਂਜੀ। ਰਾਮ ਕੋਇਰ ਉਪਜਿਓ ਤੇਹ ਨੰਦ। ਫਿਰ ਗੁਰਦਿੱਤਾ ਜੀ ਦੇ ਘਰ ਵਿੱਚ ਪੁੱਤਰ ਪੈਦਾ ਹੋਇਆ ਜਿਨ੍ਹਾਂ ਦਾ ਨਾਮ ਹੈ ਬਾਬਾ ਰਾਮ ਕੋਇਰ ਜੀ। ਇੱਕ ਵਾਰੀ ਫਿਰ ਸੁਣ ਲਓ, ਭੁੱਲ ਨਾ ਜਾਵੇ, ਇਹ ਵੀ ਵਿਰਲਿਆਂ ਨੂੰ ਚੇਤਾ ਰਹਿਣਾ ਜੀ। ਬਾਬਾ ਬੁੱਢਾ ਸਾਹਿਬ ਜੀ ਦੇ ਪੁੱਤਰ ਬਾਬਾ ਭਾਨਾ ਜੀ। ਬਾਬਾ ਭਾਨਾ ਜੀ ਦੇ ਪੁੱਤਰ ਬਾਬਾ ਸਰਵਣ ਜੀ। ਬਾਬਾ ਸਰਵਣ ਜੀ ਦੇ ਪੁੱਤਰ ਬਾਬਾ ਜਲਾਲ ਜੀ। ਬਾਬਾ ਜਲਾਲ ਜੀ ਦੇ ਪੁੱਤਰ ਬਾਬਾ ਝੰਡਾ ਜੀ। ਬਾਬਾ ਝੰਡਾ ਜੀ ਦੇ ਪੁੱਤਰ ਬਾਬਾ ਗੁਰਦਿੱਤਾ ਜੀ। ਤੇ ਬਾਬਾ ਗੁਰਦਿੱਤਾ ਜੀ ਦੇ ਪੁੱਤਰ ਨੇ ਬਾਬਾ ਰਾਮ ਕੋਇਰ ਸਾਹਿਬ ਜੀ। ਰਾਮ ਕੋਇਰ ਜੀ ਤੋਂ ਫਿਰ ਬਾਬਾ ਜੀ ਦੇ ਪਰਿਵਾਰ ਵਿੱਚ ਅੰਮ੍ਰਿਤ ਦੀ ਦਾਤ ਆਈ ਜੀ। ਹਾਂਜੀ। ਜੀਵਨ ਮੁਕਤ ਸੋ ਜੁਗਤ ਆਨੰਦ। ਤੇ ਬਾਬਾ ਰਾਮ ਕੋਇਰ ਜੀ ਦੇ ਤੇ ਅਸਚਰਜੀ ਕੌਤਕ ਸਨ ਜੀ, ਅਸਚਰਜੀ ਕੌਤਕ ਜੀ। ਜੀਵਨ ਮੁਕਤ ਸਨ ਬਾਬਾ ਜੀ। ਹਾਂਜੀ। ਨੇਤ ਨੇਤ ਜਿਸ ਬੇਦ ਬਤਾਵੈ। ਨਿਤ ਅਖੰਡ ਤਿਸ ਪਦ ਲਿਵ ਲਾਵੈ। ਜਿਹੜਾ ਅੰਤ ਬੇਦ ਨਹੀਂ ਪਾ ਸਕੇ ਜਿਸ ਪਰਮੇਸ਼ਰ ਦਾ, ਉਸ ਪਰਮੇਸ਼ਰ ਵਿੱਚ ਸਦਾ ਹੀ ਧਿਆਨ ਬਾਬਾ ਰਾਮ ਕੋਇਰ ਜੀ ਦਾ ਲੱਗਾ ਰਹਿੰਦਾ ਸੀਗਾ ਜੀ। ਹਾਂਜੀ। ਤੁਰੀ ਅਵਸਥਾ ਚਿਤ ਅਰੂੜਾ। ਤੁਰਿਆ ਅਵਸਥਾ ਵਿੱਚ ਚਿੱਤ ਸੀਗਾ ਜੀ ਇਹਨਾਂ ਦਾ, ਤੁਰਿਆ ਅਵਸਥਾ।
ਹਾਂਜੀ। ਬਿਨ ਸਤਿਗੁਰ ਜੋ ਸਭ ਕਹੋ ਗੂੜਾ। ਤੇ ਸਾਧ ਸੰਗਤ ਜੀ, ਸਤਿਗੁਰੂ ਤੋਂ ਬਗੈਰ ਉਹ ਸਾਰਿਆਂ ਵਾਸਤੇ ਗੁੱਝਾ ਸੀ, ਪਤਾ ਨਹੀਂ ਸੀ ਲੱਗਦਾ ਲੋਕਾਂ ਨੂੰ, ਮਹਾਰਾਜ ਨੂੰ ਪਤਾ ਸੀ। ਹਾਂਜੀ। ਬਾਲਕ ਸਮਤਾ ਬੇਦ ਜੋ ਕਹੈ। ਜਿਵੇਂ ਬੱਚਾ ਹੁੰਦਾ ਨਾ ਝੂਠ ਬੋਲਦਾ, ਨਾ ਸਾਧ ਸੰਗਤ ਜੀ ਉਹਨੂੰ ਕੋਈ ਹੋਰ ਗੱਲ ਦੀ ਤ੍ਰਿਸ਼ਨਾ ਹੁੰਦੀ ਹੈ। ਜਨਮ ਜਦੋਂ ਹੁੰਦਾ ਉਹੋ ਜਿਹੀ ਅਵਸਥਾ ਸੀ ਬਾਬਾ ਜੀ, ਐ ਨਿਰਛਲ। ਹਾਂਜੀ। ਤਿਸ ਮਹਿ ਸਦਾ ਵਰਤ ਤੋ ਰਹਿ। ਮਤਲਬ ਸਦਾ ਉਹੋ ਹੀ ਅਵਸਥਾ ਰੱਖੀ ਜੀ ਬਾਬਾ ਜੀ ਨੇ। ਕੁਛ ਕ ਚਰਿਤਰ ਕਹੋ ਤਿਸ ਕੇਰਾ। ਇੱਕ ਕੁਝ ਪ੍ਰਸੰਗ ਸੁਣ ਲਓ, ਕਹਿਣ ਲੱਗੇ। ਹਾਂਜੀ। ਜਥਾ ਸਰੂਪ ਸੁਭਾਉ ਭਲੇਰਾ। ਜਿਹੋ ਜਿਹਾ ਸੁਭਾਅ ਸੀ ਬਾਬਾ ਰਾਮ ਕੋਇਰ ਜੀ ਦਾ, ਹੁਤੀ ਥੂਲਤਾ ਤਨ ਸਭ ਥਾਨਨ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਕਹਿਣ ਲੱਗੇ ਸਰੀਰ ਵਿੱਚ ਸਾਰੀਆਂ ਥਾਵਾਂ ਤੇ ਮੋਟਾਪਾ ਸੀਗਾ ਜੀ। ਬਾਬਾ ਰਾਮ ਕੋਇਰ ਜੀ ਦਾ ਸਰੀਰ ਕਿਹੋ ਜਿਹਾ ਸੀ? ਮੋਟਾ। ਹਾਂ, ਮੋਟਾ ਸਰੀਰ ਸੀਗਾ ਜੀ, ਭਰਮਾ ਸਰੀਰ ਸੀਗਾ। ਲੰਬੋਦਰ ਲਿਹੋ ਪਰਖ ਗਜਨਾਨਨ। ਤੇ ਕਹਿਣ ਲੱਗੇ ਫਿਰ ਲੰਬੋਦਰ ਲਿਹੋ, ਤੇ ਕਹਿਣ ਲੱਗੇ ਗਣੇਸ਼ ਵਾਂਗੂ ਪੇਟ ਜਿਹੜਾ ਸੀ ਉਹ ਲੰਬਾ ਸੀਗਾ। ਪੇਟ ਗਣੇਸ਼ ਜੀ ਦਾ ਵੀ ਬੜੀ ਗੋਗੜ ਸੀਗੀ ਜੀ। ਇਸੇ ਤਰ੍ਹਾਂ ਦਾ ਸਰੀਰ ਬਾਬਾ ਰਾਮ ਕੋਇਰ ਜੀ ਦਾ ਸੀ। ਸਹਿਜ ਸੁਭਾਇਕ ਬੋਲਨ ਬਨੈ। ਫਿਰ ਜੋ ਸਹਿਜ ਸੁਭਾਅ ਬਾਬਾ ਜੀ ਬੋਲ ਦਿੰਦੇ, ਬਚਨ ਕਰ ਦਿੰਦੇ। ਬੁਰਾ ਕੇ ਭਲਾ ਫੁਰੇ ਤਤ ਛਿਦੈ। ਭਾਵੇਂ ਬੁਰਾ ਤੇ ਭਾਵੇਂ ਭਲਾ, ਜਦੋਂ ਸਹਿਜ ਸੁਭਾਅ ਬੋਲਣਾ ਫਿਰ ਸਹਿਜ ਸੁਭਾਅ ਤੇ ਸਹਿਜ ਸੁਭਾਅ ਸੀ। ਉਹ ਜੋ ਵੀ ਕਹਿ ਦੇਣਾ ਬਾਬਾ ਜੀ ਨੇ ਤਤਕਾਲ ਉਸੇ ਸਮੇਂ ਉਹ ਵਰਤ ਜਾਣਾ। ਇੱਕ ਦਿਨ ਇੱਕ ਰਾਹਕ ਘਰ ਮਾਹੀ। ਬਸ ਆ ਸਾਖੀ ਨਿੱਕੀ ਜੀ ਸੁਣ ਲਓ, ਫਿਰ ਆਪਾਂ ਖਿਮਾ ਮੰਗ ਲੈਣੀ ਹੈ। ਇੱਕ ਦਿਨ ਇੱਕ ਜ਼ਮੀਂਦਾਰ ਦੇ ਘਰ ਵਿੱਚ, ਕਿਸਾਨ ਦੇ ਘਰ ਵਿੱਚ, ਬਹੁ ਨਰ ਕੋ ਭੋਜਨ ਕੀਏ ਖਿਆਹੀ। ਉਹਨੇ ਸਾਧ ਸੰਗਤ ਜੀ ਮਰੇ ਹੋਏ ਬੰਦੇ ਦੇ ਸੰਬੰਧ ਵਿੱਚ ਬੜਿਆਂ ਲੋਕਾਂ ਨੂੰ ਸੱਦ ਕੇ ਤੇ ਭੋਜਨ ਤਿਆਰ ਕਰਵਾਇਆ ਜੀ, ਇੱਕ ਕਿਸਾਨ ਨੇ। ਇਹ ਰਮਦਾਸ ਦੀ ਘਟਨਾ ਹੈ। ਹਾਂਜੀ। ਰਾਮ ਕੋਇਰ ਕੇ ਢਿਗ ਲੈ ਗਏ। ਤੇ ਹੁਣ ਤੇ ਮਰਿਆਦਾ ਘਟਦੀ ਜਾ ਰਹੀ ਹੈ। ਪਹਿਲਾਂ ਕੀ ਹੁੰਦਾ ਸੀ, ਘਰ 'ਚ ਲੰਗਰ ਪਾਣੀ ਹੋਣਾ, ਪਹਿਲਾ ਥਾਲਾ ਤਿਆਰ ਹੋ ਕੇ ਗੁਰਦੁਆਰੇ ਆਉਂਦਾ ਸੀ। ਕਹਿੰਦੇ ਸਨ ਗੁਰਦੁਆਰੇ ਦੀ ਰੋਟੀ ਕੱਢ ਲਓ ਭਾਈ। ਕੱਢ ਕੇ ਆਖੋ ਵਾਹਿਗੁਰੂ ਵਾਹਿਗੁਰੂ। ਰਾਮ ਕੋਇਰ ਦੀ ਵਾਸਤੇ ਸਭ ਤੋਂ ਪਹਿਲਾਂ ਥਾਲਾ ਤਿਆਰ ਕਰਕੇ ਉਹ ਕਿਸਾਨ ਲੈ ਕੇ ਆਇਆ। ਪਾਇਸ ਸਿਤਾ ਘ੍ਰਿਤ ਇਕ ਮਏ। ਖੀਰ ਖੰਡ ਘਿਓ ਦਾ ਥਾਲ ਭਰਿਆ ਹੋਇਆ, ਬੜਾ ਵਧੀਆ ਲੱਗੇ। ਜਾਏ ਅਗਾਰੀ ਥਾਲ ਟਿਕਾਇਵ। ਭਾਰਾ ਸਰੀਰ ਬਾਬਾ ਜੀ ਦਾ ਤੇ ਬ੍ਰਹਮ ਗਿਆਨੀ ਜੀ। ਬਾਬਾ ਜੀ ਦੇ ਅੱਗੇ ਥਾਲ ਰੱਖਿਆ। ਰੁਚ ਸੋ ਸਵਾਦਲ ਕਰ ਕਰ ਉਹ ਖਾਇ। ਬਾਬਾ ਜੀ ਨੇ ਬਹੁਤੇ ਸਵਾਦ ਨਾਲ ਖਾਧੀ ਜੀ। ਖੀਰ ਖੰਡ ਘਿਓ ਚੌਲ ਸਬਜ਼ੀ ਦਾਲ ਭਾਜੇ ਬੜੇ ਆਨੰਦ ਨਾਲ ਛਕੇ। ਪੁਨਹਿ ਪਾਨ ਕਰ ਸੀਤਲ ਪਾਨੀ। ਫਿਰ ਬਾਬਾ ਜੀ ਨੇ ਸਾਰਾ ਕੁਝ ਛਕ ਕੇ ਵੱਡਾ ਗਲਾਸ ਠੰਡੇ ਪਾਣੀ ਦਾ ਪੀਤਾ, ਛਕਿਆ। ਰਾਹਕ ਸੋ ਤਬ ਬੋਲਿਓ ਬਾਨੀ। ਤੇ ਬਾਬਾ ਜੀ ਉਹ ਕਿਸਾਨ ਨੂੰ ਕਹਿਣ ਲੱਗੇ, ਜਿਹੜਾ ਲੈ ਕੇ ਆਇਆ ਸੀ ਪ੍ਰਸ਼ਾਦਾ, ਨੀਕੋ ਭੋਜਨ ਕਰ ਕੈ ਲਿਆਇਵ। ਬੜਾ ਵਧੀਆ ਕੀਤਾ, ਇਹ ਤੇ ਬੜਾ ਹੀ ਸਵਾਦ ਭੋਜਨ ਤੂੰ ਲੈ ਕੇ ਆਇਆ। ਹਾਂਜੀ। ਕਾਰਨ ਕਵਨ ਸੋ ਦੇਹੋ ਸੁਨਾਇਵ। ਤੇ ਇਹ ਕਿਸ ਵਾਸਤੇ ਲੈ ਕੇ ਆਂਦਾ? ਹਾਂਜੀ। ਹਾਥ ਜੋਰ ਤਿਨ ਕਹਿਓ 부ਝਾਈ। ਉਹਨੇ ਫਿਰ ਹੱਥ ਜੋੜ ਕੇ ਕਿਸਾਨ ਨੇ ਬਾਬਾ ਰਾਮ ਕੋਇਰ ਜੀ ਨੂੰ ਬੇਨਤੀ ਕੀਤੀ। ਹੋਤੋ ਖਿਆਹ ਭੋਜਨ ਸਮੁਦਾਈ। ਜੀ ਇਹ ਖਿਆਈ ਲੈ ਕੇ ਆਇਆ। ਖਿਆਈ ਕੀ ਹੁੰਦੀ ਭਲਾ? ਜਦੋਂ ਕੋਈ ਚਾਲਾ ਮਾਰ ਜੇ ਉਹਦਾ ਪ੍ਰਸ਼ਾਦਾ ਲੈ ਕੇ ਆਉਂਦੇ, ਜੋ ਸਾਰੇ ਕੋੜਮੇ ਨੂੰ ਇਕੱਠਾ ਕਰਕੇ ਛਕਾਉਂਦੇ। ਕਹਿੰਦੇ ਜੀ ਮੈਂ ਖਿਆਈ ਲੈ ਕੇ ਆਇਆ, ਭਾਈਚਾਰਾ ਇਕੱਠਾ ਹੋਇਆ। ਅਗਰ ਆਪ ਕੇ ਪੂਰਬ ਲਿਆਇਓ। ਸਭ ਤੋਂ ਪਹਿਲਾਂ ਤੁਹਾਨੂੰ ਪ੍ਰਸ਼ਾਦਾ ਛਕਾਇਆ। ਪਾਇਸ ਸਿਤਾ ਘ੍ਰਿਤ ਜੋ ਖਾਇਓ। ਤੇ ਆਪ ਨੂੰ ਖੀਰ ਖੰਡ ਘਿਓ ਸਾਰਾ ਕੁਝ ਪਹਿਲਾਂ ਆ ਕੇ ਛਕਾਇਆ। ਅਧਿਕ ਪ੍ਰਸੰਨ ਹੋਏ ਬਚ ਕਹਿਓ। ਤੇ ਬਾਬਾ ਜੀ ਬੜੇ ਪ੍ਰਸੰਨ ਹੋ ਗਏ, ਲੰਗਰ ਬੜਾ ਸਵਾਦ ਬਣਿਆ ਸੀ। ਤੇ ਪ੍ਰਸੰਨ ਹੋ ਕੇ ਬਾਬਾ ਰਾਮ ਕੋਇਰ ਜੀ ਨੇ ਬਚਨ ਕੀਤਾ। ਤਿਸ ਮਹਿ ਸਵਾਦ ਹਮੇ ਬਹੁ ਲਹਿਓ। ਕਹਿੰਦੇ ਭਾਈ ਗੁਰਮੁਖਾ ਸਾਨੂੰ ਤੇ ਬੜਾ ਹੀ ਸਵਾਦ ਲੱਗਾ ਸਾਰਾ ਕੁਝ। ਹਾਂਜੀ। ਜਾਂ ਤੇ ਖਿਆਹ ਗ੍ਰਾਮ ਮੈਂ ਨੀਤ। ਇਹ ਤੇ ਇਹੋ ਜਿਹਾ ਖਿਆਲ ਤੇ ਰੋਜ਼ ਹੀ ਹੋਵੇ ਪਿੰਡ ਵਿੱਚ। ਗੱਜ ਕੇ ਆਖੋ ਵਾਹਿਗੁਰੂ
ਵਾਹਿਗੁਰੂ। ਇਹੋ ਜਿਹਾ ਖਿਆਲ ਤੇ ਰੋਜ਼ ਹੀ ਹੋਵੇ ਪਿੰਡ ਵਿੱਚ। ਹਾਂਜੀ, ਹੋਵਹਿ ਦੇ ਆਹਾਰ ਸ਼ੁਭ ਹੀਤ, ਤਾਂ ਕਿ ਇਹੋ ਜਿਹਾ ਪ੍ਰਸ਼ਾਦਾ ਆਉਂਦਾ ਰਵੇ, ਵਧੀਆ ਵਧੀਆ ਪ੍ਰਸ਼ਾਦਾ ਆਉਂਦਾ ਰਵੇ। ਹਾਂਜੀ, ਬਾਕ ਬਦਨ ਤੇ ਏਵ ਬਖਾਨਾ। ਲੋ ਬਾਬਾ ਜੀ ਨੇ ਆਪਣੇ ਮੁਖ ਤੋਂ ਇਸ ਤਰ੍ਹਾਂ ਜਦੋਂ ਕਹਿ ਦਿੱਤਾ, ਸਹਿਜ ਸੁਭਾਇਕ ਬ੍ਰਿਤੀ ਸਮਾਨਾ। ਸਹਿਜ ਸੁਭਾਅ ਬਿਰਤੀ ਤੇ ਭਗਤੀ ਬਹੁਤ ਜ਼ਿਆਦਾ ਜੀ, ਬ੍ਰਹਮ ਗਿਆਨੀ। ਹਾਂਜੀ, ਤਿਸ ਦਿਨ ਤੇ ਮ੍ਰਿਤੂ ਨਰ ਹੋਏ। ਲਓ ਜੀ, ਕੰਮ ਸ਼ੁਰੂ ਹੋ ਗਿਆ ਫਿਰ। ਗੱਜ ਕੇ ਆਖੋ ਵਾਹਿਗੁਰੂ। ਵਾਹਿਗੁਰੂ। ਉਹ ਪਿੰਡ 'ਚ ਰੋਜ਼ ਹੀ ਇੱਕ ਬੰਦਾ ਚਾਲਾ ਮਾਰ ਦਿਆ ਕਰੇ, ਰੋਜ਼ ਹੀ ਖਿਆ ਬਣਨ ਲੱਗ ਪਏ ਜੀ, ਰੋਜ਼ ਹੀ ਉਹੋ ਜਿਹੇ ਪ੍ਰਸ਼ਾਦੇ ਤਿਆਰ ਹੋ ਗਏ ਜੀ। ਹਾਂਜੀ, ਗਮਨੇ ਜਮਪੁਰ ਜਬਹਿ ਅਨੇਕ, ਤੇ ਕਰਦਿਆਂ ਕਰਦਿਆਂ ਰੋਜ਼ ਹੀ ਬਾਬਾ ਜੀ ਨੂੰ ਪ੍ਰਸ਼ਾਦਾ ਇਹੋ ਜਿਹਾ ਪਹੁੰਚਣਾ, ਤੇ ਛਕਦੇ ਤੇ ਮੌਜ ਨਾਲ ਹੀ ਸਨ ਕਿਸੇ ਕਿਸੇ ਦਾ। ਪਰ ਉਹ ਬਚਨ ਦੇ ਨਾਲ ਰੋਜ਼ ਹੀ ਮੌਤਾਂ ਹੋਣੀਆਂ ਸ਼ੁਰੂ ਹੋ ਗਈਆਂ। ਵੇਖ ਲਓ ਸਾਧੂ ਦਾ ਬਚਨ, ਸਾਧ ਸੰਗਤ ਜੀ। ਹਾਂਜੀ, ਪਰਿਓ ਗ੍ਰਾਮ ਮਹਿ ਰੌਰਾ ਤਬ ਹੂੰ। ਸਾਰੇ ਪਿੰਡ 'ਚ ਰੌਲਾ ਪੈ ਗਿਆ। ਇੱਕ ਗਲੀ 'ਚ 2-3 ਮੌਤਾਂ ਹੋ ਜਾਣ, ਲੋਕ ਚਿੰਤਤ ਹੋ ਜਾਂਦੇ ਵੀ ਇਹ ਕੀ ਕੰਮ ਸ਼ੁਰੂ ਹੋ ਗਿਆ। ਸਾਰੇ ਪਿੰਡ 'ਚ ਜਦੋਂ ਮੌਤਾਂ ਸ਼ੁਰੂ ਹੋ ਗਈਆਂ, ਰੌਲਾ ਪੈ ਗਿਆ। ਕਹਾ ਭਇਓ ਮਿਲ ਭਾਖੈ ਸਭ ਹੂੰ। ਉਹ ਕਹਿੰਦੇ ਇਹ ਕੀ ਹੋ ਗਿਆ, ਰੋਜ਼ ਹੀ ਬੰਦੇ ਮਰਨ ਲੱਗ ਪਏ। ਕੌਣ ਗ੍ਰਾਮ ਨੇ ਦੋਸ਼ ਕਮਾਇਓ। ਇਹ ਕਿਹੜਾ ਪਾਪ ਹੋ ਗਿਆ ਸਾਡੇ ਕੋਲੋਂ, ਸਾਰੇ ਪਿੰਡ ਕੋਲੋਂ ਰੋਜ਼ ਹੀ ਇੱਕ ਬੰਦਾ ਚਾਲਾ ਮਾਰ ਜਾਂਦਾ। ਤਿਸ ਤੇ ਦੁਖਦ ਸਮਾ ਅਸ ਆਇਓ। ਜਿਹਦੇ ਕਰਕੇ ਇਹੋ ਜਿਹਾ ਸਮਾਂ ਬਣਿਆ, ਇਹੋ ਜਿਹਾ ਸਮਾਂ ਬਣਿਆ, ਬੰਦੇ ਰੋਜ਼ ਮਰਨ ਲੱਗ ਪਏ ਆ। ਹਾਂਜੀ, ਸਭ ਮਹਿ ਤਿਸ ਰਾਹਕ ਨੇ ਕਹਿਓ। ਉਹ ਫਿਰ ਕਿਸਾਨ ਨੇ ਸਾਰਿਆਂ ਦੇ ਵਿੱਚ ਆਖਿਆ, ਸੁਨਹੁ ਹੇਤ ਮੈਂ ਇੱਕ ਅਸ ਲਹਿਓ। ਕਹਿਣ ਲੱਗਾ ਸੁਣੋ, ਮੈਨੂੰ ਇੱਕ ਗੱਲ ਚੇਤਾ ਆਈ ਹੈ। ਹਾਂਜੀ, ਖਿਆਹ ਭਇਓ ਜਿਸ ਦਿਓਸ ਹਮਾਰੇ। ਜਿੱਦਣ ਸਾਡੇ ਘਰ ਖਿਆ ਸੀ ਨਾ, ਭੋਗ ਦਾ ਪ੍ਰਸ਼ਾਦਾ ਬਣਿਆ ਸੀ, ਕਰ ਕੈ ਪਾਇਸ ਸਿਤਾ ਆਹਾਰੇ। ਤੇ ਮੈਂ ਫਿਰ ਉਸ ਦਿਨ ਖੀਰ ਕੜਾਹ ਸਭ ਕੁਝ ਤਿਆਰ ਕਰਕੇ ਲੀਕੇ ਥਾਲ ਬਿਸਾਲ ਪੁਰਾਇਓ। ਤੇ ਮੈਂ ਇਹ ਥਾਲ ਵਿੱਚ ਪਾ ਕੇ ਤਿਆਰ ਕਰਕੇ ਸਜਾ ਕੇ ਰਾਮ ਕੋਇਰ ਭਾਈ ਕਹੋ ਖਵਾਇਓ। ਤੇ ਰਾਮ ਕੋਇਰ ਜੀ ਨੂੰ ਖਵਾਇਆ ਸੀਗਾ ਉਹ ਪ੍ਰਸ਼ਾਦਾ, ਖਿਆ। ਹਾਂਜੀ, ਸਹਿਜ ਸੁਭਾਇਕ ਮੁਖ ਤੇ ਪ੍ਰਾਹੀ। ਉਹਨਾਂ ਫਿਰ ਸਹਿਜ ਸੁਭਾਅ ਮੁਖ ਤੋਂ ਇਹ ਗੱਲ ਆਖੀ, ਬਚਨ ਕੀਤਾ ਸੀ, ਹੋਵਹੁ ਗ੍ਰਾਮ ਬਿਖੈ ਨਿਤ ਵੀ ਖਿਆਹੀ। ਇਹੋ ਜੇ ਖਿਆ ਤੇ ਰੋਜ਼ ਹੀ ਬਣਨ। ਗੱਜ ਕੇ ਆਖੋ ਵਾਹਿਗੁਰੂ। ਵੀ ਰੋਜ਼ ਹੀ ਬੰਦਿਆਂ ਦੇ ਭੋਗ ਪੈਣ, ਹੁਣ ਤਾਂ ਹੀ ਹੋਏਗਾ ਜੇ ਮੌਤਾਂ ਹੋਣਗੀਆਂ ਤੇ। ਹਾਂਜੀ, ਤਿਨ ਕੋ ਬਾਕ ਹੇਤ ਮ੍ਰਿਤ ਕੇਰ। ਇਹ ਮੈਨੂੰ ਸਮਝ ਆ ਗਈ ਹੈ, ਇਹ ਕੁਝ ਹੋਰ ਨਹੀਂ ਹੋ ਰਿਹਾ, ਇਹ ਬਾਬਾ ਜੀ ਦਾ ਬਚਨ ਹੀ ਵਰਤ ਰਿਹਾ ਹੈ। ਰੋਜ਼ ਇੱਕ ਬੰਦਾ ਚਾਲਾ ਮਾਰ ਜਾਂਦਾ, ਬਚਨ ਵਰਤ ਰਿਹਾ। ਕਰ ਉਪਚਾਰ ਲਿਹੋ ਬਰ ਫੇਰ। ਸਾਰੇ ਕਹਿੰਦੇ ਫਿਰ ਹੁਣ ਕੀ ਕਰਨਾ ਚਾਹੀਦਾ ਹੈ, ਬਚਨ ਮਿਟ ਜਾਵੇ। ਸੁਨ ਸਭ ਲੋਕਨ ਜਾਨੀ ਜਬ ਹੂੰ। ਹਾਂਜੀ, ਭੋਜਨ ਭਇਓ ਬਨਾਵਹੁ ਤਬ ਹੂੰ। ਤੇ ਸਾਧ ਸੰਗਤ ਜੀ ਫਿਰ ਉਹਨਾਂ ਨੇ ਭੋਜਨ ਤਿਆਰ ਕੀਤਾ ਜੀ, ਬੜਾ ਵਧੀਆ। ਕਈ ਤੇ ਗੁਰਮੁਖ ਇੱਥੋਂ ਤੱਕ ਦੱਸਦੇ ਵੀ ਕਿਸੇ ਦੇ ਵਿਆਹ ਦਾ ਭੋਜਨ ਤਿਆਰ ਕੀਤਾ, ਬੜਾ ਵਧੀਆ ਭੋਜਨ ਤਿਆਰ ਕਰਵਾਇਆ। ਭਾਉ ਅਧਿਕ ਤੇ ਲੈ ਕਰ ਗਏ। ਫਿਰ ਬੜੀ ਸ਼ਰਧਾ ਦੇ ਨਾਲ ਮੁੜ ਬਾਬਾ ਜੀ ਦੇ ਵਾਸਤੇ ਨਾ ਜੀ ਥਾਲਾ ਸਜਾ ਕੇ ਪ੍ਰਸ਼ਾਦਾ ਲੈ ਕੇ ਗਏ, ਪਿੰਡ ਵਾਲੇ ਇਕੱਠੇ ਹੋ ਕੇ। ਜਿਸ ਅਸਥਾਨ ਬਿਰਾਜਤ ਭਏ। ਜਿੱਥੇ ਬਾਬਾ ਬੁੱਢਾ ਜੀ ਦਾ ਰਹਾਇਸ਼ੀ ਘਰ ਸੀਗਾ, ਉੱਥੇ ਰਹਿੰਦੇ ਸਨ ਬਾਬਾ ਰਾਮ ਕੋਇਰ ਜੀ, ਉੱਥੇ ਲੈ ਕੇ ਗਏ। ਬਿਨੈ ਠਾਨ ਅਚਵਾਏ ਆਹਾਰ। ਤੇ ਬੇਨਤੀ ਕੀਤੀ, ਬਾਬਾ ਜੀ ਪ੍ਰਸ਼ਾਦਾ ਛਕੋ। ਬਾਬਾ ਜੀ ਨੇ ਭੋਜਨ ਛਕਿਆ, ਪ੍ਰਸ਼ਾਦਾ ਛਕਿਆ। ਨਾਨਾ ਰਸ ਮੈਂ ਸਵਾਦ ਉਦਾਰਾ। ਬੜੇ ਰਸ ਦੇ ਨਾਲ ਭਰਿਆ ਹੋਇਆ ਸੀਗਾ ਜੀ ਉਹ, ਬੜਾ ਕੁਝ ਬਣਾਇਆ, ਕਈ ਤਰ੍ਹਾਂ ਦੀਆਂ ਸਬਜ਼ੀਆਂ, ਚੌਲ, ਖੀਰ, ਕੜਾਹ, ਪੂੜੀਆਂ, ਦਹੀਂ ਭੱਲਿਆਂ ਵਾਲਾ, ਬੜਾ ਕੁਝ ਬਣਾ ਕੇ ਲੈ ਕੇ ਗਏ ਬਾਬਾ ਜੀ ਨੂੰ ਖੁਸ਼ ਕਰਨ ਵਾਸਤੇ। ਹਾਂਜੀ, ਹਾਥ ਜੋਰ ਠਾਂਡੇ ਟਿਗ ਰਹੇ। ਤੇ ਹੱਥ ਜੋੜ ਕੇ ਨਾ ਲਾਗੇ ਖਲੋਤੇ ਰਹੇ, ਜਿੰਨਾ ਚਿਰ ਬਾਬਾ ਜੀ ਛਕਦੇ ਰਹੇ। ਅਚ ਭੋਜਨ ਭਾਈ ਬਚ ਕਹੇ। ਤੇ ਛਕ ਕੇ ਨਾ ਭੋਜਨ, ਤੇ ਫਿਰ ਬਾਬਾ ਜੀ ਨੇ ਬਚਨ ਕੀਤਾ, ਕਿਸ ਕਾਰਨ ਤੇ ਰੁਚਰ ਆਹਾਰਾ। ਕਹਿੰਦੇ ਕੀ ਗੱਲ ਹੈ, ਇੰਨਾ ਵਧੀਆ ਪ੍ਰਸ਼ਾਦਾ ਤਿਆਰ ਕਰਕੇ ਲੈ ਕੇ ਆਏ ਹੋ। ਹਾਂਜੀ, ਕਰ ਅਚਵਾਇਵ ਸਵਾਦ ਉਦਾਰਾ। ਇੰਨਾ ਸਵਾਦੀ ਪ੍ਰਸ਼ਾਦਾ ਤਿਆਰ ਕਰਕੇ ਲੈ ਕੇ ਆਏ।
ਹਾਂਜੀ। ਰਾਹਕ ਸੁਨਤ ਗਿਰਾ ਮੁਖ ਪ੍ਰਾਹੀ। ਤੇ ਕਿਸਾਨਾਂ ਵਿੱਚੋਂ ਇੱਕ ਕਿਸਾਨ ਨੇ ਫਿਰ ਇਸ ਤਰ੍ਹਾਂ ਆਖਿਆ, ਸ਼ਾਦੀ ਹੁਤੀ ਗ੍ਰਾਮ ਕੇ ਮਾਹੀ। ਕਹਿਣ ਲੱਗੇ ਜੀ ਪਿੰਡ 'ਚ ਵਿਆਹ ਹੈ, ਗੱਜ ਕੇ ਆਖੋ ਵਾਹਿਗੁਰੂ। ਅੱਗੇ ਕੀ ਕਿਹਾ ਸੀ? ਭੋਗ ਹੈ ਮਰੇ ਦਾ। ਹੁਣ ਕਹਿੰਦੇ ਬਾਬਾ ਜੀ ਪਿੰਡ 'ਚ ਵਿਆਹ ਹੈ, ਜਾਂ ਤੇ ਰੁਚਰ ਆਹਾਰ ਅਚਾਵਾ। ਇਸ ਕਰਕੇ ਵਧੀਆ ਪ੍ਰਸ਼ਾਦਾ ਤਿਆਰ ਕਰਕੇ ਲੈ ਕੇ ਆਏ, ਤੁਹਾਨੂੰ ਛਕਾਇਆ। ਤੁਮ ਤੇ ਚਾਹਤ ਸੁਖ ਉਪਜਾਵਾ। ਤੇ ਤੁਹਾਡੇ ਕੋਲੋਂ ਸੁੱਖ ਮੰਗਣਾ ਆਪਾਂ। ਤੁਸੀਂ ਮਹਾਰਾਜ ਬਾਬਾ ਬੁੱਢਾ ਜੀ ਦੀ ਕੁੱਲ, ਬਾਬਾ ਬੁੱਢਾ ਜੀ ਦੀ ਕੁੱਲ ਦੇ ਭੂਸ਼ਣ, ਤੁਹਾਡੇ ਕੋਲੋਂ ਸੁੱਖ ਮੰਗਣਾ ਤੇ ਸੁੱਖ ਮੰਗਣ ਆਏ ਆ। ਹਾਂਜੀ। ਬਹਿਸ ਕਹਿਓ ਉਤਮ ਬਰਤਨ। ਬੇਹੱਸ ਕਹਿਓ ਉੱਤਮ ਵਰਤਨ। ਬਾਬਾ ਜੀ ਪ੍ਰਸੰਨ ਹੋ ਗਏ ਜੀ। ਪ੍ਰਸੰਨ ਹੋ ਕੇ ਤੇ ਬਾਬਾ ਜੀ ਕਹਿਣ ਲੱਗੇ, ਭੋਜਨ ਅਚਿਓ ਸਵਾਦ ਕੇ ਸਨ। ਕਹਿੰਦੇ ਭਾਈ ਭੋਜਨ ਤੇ ਅਸੀਂ ਬੜੇ ਆਨੰਦ ਨਾਲ ਛਕਿਆ। ਜਾਂ ਤੇ ਗ੍ਰਾਮ ਵਿਖੇ ਨਿਤ ਸ਼ਾਦੀ। ਇੰਨਾ ਸਵਾਦੀ ਭੋਜਨ ਤੁਸੀਂ ਛਕਾਇਆ ਤੇ ਗੁਰੂ ਸਾਹਿਬ ਕਿਰਪਾ ਕਰਨ, ਗੁਰੂ ਨਾਨਕ ਸਾਹਿਬ ਕਿਰਪਾ ਕਰਨ, ਇਹੋ ਜਿਹਾ ਵਿਆਹਾਂ ਵਾਲਾ ਭੋਜਨ ਤੇ ਰੋਜ਼ ਹੀ ਮਿਲੇ ਭਾਈ, ਰੋਜ਼ ਹੀ ਇਹ ਕੰਮ ਹੋਵੇ। ਹੋਏ ਆਗਿਆ ਨਿਤ ਕਰੋ ਆਬਾਦੀ। ਤੇ ਰੋਜ਼ ਵਿਆਹ ਹੋਣ ਤੇ ਫਿਰ ਅੰਤਰਜਾਮੀ ਸਨ ਨਾ ਬਾਬਾ ਰਾਮ ਕੋਇਰ ਜੀ, ਪਤਾ ਸੀਗਾ ਵੀ ਕੀ ਖੇਡ ਵਰਤੀ ਹੈ, ਸਾਡੇ ਬਚਨ ਨਾਲ ਚਾਲੇ ਮਾਰਤੇ ਹੈ। ਕਹਿਣ ਲੱਗੇ ਕੋਈ ਨਹੀਂ, ਹੁਣ ਪਿੰਡ ਵਧੇਗਾ ਫੁੱਲੇਗਾ, ਆਬਾਦੀ ਖੂਬ ਹੋਵੇਗੀ। ਸਭ ਸੁਣ ਕੇ ਸਭਨ ਨਮੋ ਕੀਏ ਆਉਨ। ਸਾਰਿਆਂ ਨੇ ਫਿਰ ਮੱਥਾ ਟੇਕਿਆ ਜੀ। ਉਸ ਸਮੇਂ ਧਰਤੀ ਤੇ ਨਮਸਕਾਰ ਕੀਤੇ। ਮ੍ਰਿਤਕਨ ਮਨਹੁ ਅਮੀ ਪੀਏ ਸਰੋਨ। ਉਹ ਇੰਨੇ ਖੁਸ਼ ਹੋਏ ਪਿੰਡ ਵਾਲੇ, ਮਾਨੋ ਮੁਰਦੇ ਨੂੰ ਅੰਮ੍ਰਿਤ ਮਿਲ ਗਿਆ ਹੋਵੇ ਤੇ ਮੁਰਦਾ ਨਹੀਂ ਜਿਉਂਦਾ ਹੋ ਜਾਂਦਾ ਜੀ। ਪਿੰਡ ਵਾਲੇ ਇਸ ਤਰੀਕੇ ਨਾਲ ਖੁਸ਼ ਹੋਏ। ਹਰਖਤ ਭਏ ਮ੍ਰਿਤੂ ਡਰ ਬੀਤਾ। ਕਿਉਂ ਅੱਗੇ ਤੇ ਡਰਦੇ ਸੀ ਵੀ ਕਿਤੇ ਸਾਡਾ ਹੀ ਨਾ ਨੰਬਰ ਲੱਗ ਜੇ, ਰੋਜ਼ ਹੀ ਬੰਦਾ ਮਰਦਾ, ਕਿਤੇ ਸਾਡੀ ਨਾ ਮੌਤ ਹੋ ਜੇ, ਅਸੀਂ ਨਾ ਚਾਲਾ ਮਾਰ ਦਈਏ। ਹੁਣ ਉਹ ਡਰ ਟਲ ਗਿਆ। ਹੋਣ ਲੱਗੀ ਸ਼ਾਦੀ ਮੁੱਦ ਚੀਤਾ। ਬਸ ਉਹ ਰੋਜ਼ ਹੀ ਕੋਈ ਨਾ ਕੋਈ ਖੁਸ਼ੀ ਦਾ ਪ੍ਰੋਗਰਾਮ ਸ਼ੁਰੂ ਹੋ ਗਿਆ ਜੀ। ਉੱਥੇ ਗੁਰੂ ਸਾਹਿਬ ਜੀ ਦੀ ਮਿਹਰ ਹੋ ਗਈ ਜੀ। ਹਾਂਜੀ। ਇਸ ਪ੍ਰਕਾਰ ਸ਼੍ਰੀ ਮੁਖ ਤੇ ਜੈਸੇ ਨਿਕਸਹਿ ਫੁਰਹਿ ਸੋ ਤਤ ਛਿਨ ਤੈਸੇ। ਇਸ ਤਰੀਕੇ ਨਾਲ ਜੋ ਵੀ ਬਾਬਾ ਜੀ ਦੇ ਮੁਖੋਂ ਨਿਕਲਦਾ ਸੀ ਨਾ ਜੀ, ਬਾਬਾ ਰਾਮ ਕੋਇਰ ਜੀ ਦੇ ਮੁਖੋਂ ਸੱਚ ਹੋ ਜਾਂਦਾ ਸੀਗਾ ਜੀ। ਤੇ ਪ੍ਰਸ਼ਾਦਾ ਛਕਣ ਦਾ ਪਤਾ ਕੀ ਸੁਭਾਅ ਸੀ? ਇੱਕ ਰੱਸੀ ਰੱਖੀ ਹੁੰਦੀ ਸੀਗੀ ਜੀ ਇਹਨਾਂ ਦੇ ਸੇਵਾਦਾਰ ਨੇ, ਗੜਵਈ ਨੇ। ਤੇ ਜਦੋਂ ਬਾਬਾ ਜੀ ਨੇ ਛਕੀ, ਕਈ ਦਿਨਾਂ ਬਾਅਦ ਛਕਦੇ ਸਨ, ਜਦੋਂ ਬਾਬਾ ਜੀ ਨੇ ਛਕੀ ਜਾਣਾ ਛਕੀ ਜਾਣਾ ਛਕੀ ਜਾਣਾ, ਤੇ ਫਿਰ ਉਹਨੇ ਵੇਖਣਾ ਬਾਬਾ ਜੀ ਦੇ ਪੇਟ ਨੂੰ ਲਾ ਕੇ ਰੱਸੀ, ਵੀ ਪੇਟ ਅੱਗੇ ਵੱਡਾ ਸੀ, ਪੇਟ ਨੂੰ ਰੱਸੀ ਲਾ ਕੇ ਵੇਖਣੀ। ਜੇ ਤੇ ਰੱਸੀ ਪੂਰੀ ਹੋ ਗਈ ਤਾਂ ਕਹਿ ਦੇਣਾ ਬਾਬਾ ਜੀ ਆ ਜਿੰਨਾ ਛਕਣਾ ਹੀ ਛਕ ਲਿਆ, ਕਹਿਣਾ ਫਿਰ ਭਾਈ ਥਾਲਾ ਚੁੱਕ ਲਓ। ਐਡਾ ਮਸਤ ਸੁਭਾਅ ਸੀ। ਘੋੜੇ ਤੇ ਜਦੋਂ ਜਾਣਾ ਨਾ ਬਾਬਾ ਰਾਮ ਕੋਇਰ ਜੀ ਨੇ, ਤੇ ਬਾਬਾ ਰਾਮ ਕੋਇਰ ਜੀ ਨੇ, ਆਪਾਂ ਕਿਵੇਂ ਘੋੜੇ ਤੇ ਬਹਿੰਦੇ ਆ, ਦੋਵੇਂ ਸਾਧ ਸੰਗਤ ਜੀ, ਇੱਕ ਲੱਤ ਇੱਧਰ ਤੇ ਇੱਕ ਇੱਧਰ, ਤੇ ਬਾਬਾ ਜੀ ਨੇ ਦੋਵੇਂ ਹੀ ਇੱਕੋ ਪਾਸੇ ਕਰਕੇ ਬਹਿਣਾ ਜੀ। ਤੇ ਘੋੜਾ ਵੀ ਹਵਾ 'ਚ ਹੀ ਗੱਲਾਂ ਕਰਦਾ ਹੁੰਦਾ ਸੀਗਾ ਜੀ। ਕੁਝ ਪ੍ਰਸੰਗ ਭਾਈ ਸੰਤੋਖ ਸਿੰਘ ਜੀ ਬਾਬਾ ਰਾਮ ਕੋਇਰ ਸਾਹਿਬ ਜੀ ਦੇ ਕਹਿਣਗੇ, ਉਹ ਆਪਾਂ ਸਾਧ ਸੰਗਤ ਜੀ ਹੌਲੀ ਹੌਲੀ ਸਰਵਣ ਕਰੀ ਚੱਲਾਂਗੇ। ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨੀ। ਗੱਜ ਕੇ ਆਖੋ ਵਾਹਿਗੁਰੂ 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 ਵਾਹਿਗੁਰੂ। ਸੱਚੇ ਪਾਤਸ਼ਾਹ ਮਿਹਰ ਕਰਨ। ਅੱਗੋਂ ਪ੍ਰਸੰਗ ਕੱਲ ਨੂੰ ਸਰਵਣ ਕਰਾਂਗੇ। ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।